जोगा सिंह जी, बराड़ साहब, डॉक्टर कुलविंदर जी, प्यारे विद्यार्थियों, बहुत शुक्रिया तुसी मैनू मौका दिता इत्थे गल करन दा। जी 2019 ਵਿੱਚ ਜਿਹੜਾ ਡਰਾਫਟ ਆਇਆ ਨਵੀਂ ਸਿੱਖਿਆ ਪਾਲਿਸੀ ਦਾ, ਇਹ ਕਾਫੀ ਕੰਪਰੀਹੈਂਸਿਵ ਡਰਾਫਟ ਹੈ। 484 ਪੇਜ ਨੇ। ਇਹਦੇ ਵਿੱਚ ਬਿਲਕੁਲ ਸਕੂਲ ਐਜੂਕੇਸ਼ਨ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੇ ਟੈਕਨੀਕਲ ਐਜੂਕੇਸ਼ਨ, ਮੈਡੀਕਲ ਐਜੂਕੇਸ਼ਨ, ਪ੍ਰੋਫੈਸ਼ਨਲ ਐਜੂਕੇਸ਼ਨ, ਸਾਰੇ ਜਿੰਨੇ ਪੱਖ ਸਿੱਖਿਆ ਦੇ ਹੋ ਸਕਦੇ ਨੇ ਉਹਦੇ ਬਾਰੇ ਇਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ। ਮਜ਼ੇਦਾਰ ਗੱਲ ਇਹ ਹੈ ਕਿ 484 ਪੇਜ ਦੇ ਵਿੱਚ ਕਿਤੇ ਵੀ ਕਿਸੇ ਗੱਲ ਦਾ ਕੋਈ ਰੈਫਰੈਂਸ, ਕੋਈ ਸਬੂਤ, ਕੋਈ ਗਵਾਹੀ ਕਿ ਇਹ ਗੱਲ ਕਿਉਂ ਕਹੀ ਜਾ ਰਹੀ ਹੈ, ਕਿਵੇਂ ਕਹੀ ਜਾ ਰਹੀ ਹੈ, ਕਿਸ ਆਧਾਰ ਤੇ ਕਹੀ ਜਾ ਰਹੀ ਹੈ, ਇਸ ਗੱਲ ਦਾ ਕੋਈ ਆਧਾਰ ਮੌਜੂਦ ਨਹੀਂ। ਉਹਨਾਂ ਨੇ ਜੋ ਵੀ ਕਿਹਾ ਉਹ ਜਿਵੇਂ ਇਸ ਤਰ੍ਹਾਂ ਕਿ ਜੋ ਮਨ 'ਚ ਆਇਆ ਕਹਿ ਦਿੱਤਾ, ਉਹ ਸਹੀ ਹੈ ਜਾਂ ਗਲਤ ਹੈ, ਇਹ ਜੇ ਆਪਾਂ ਉਸ ਨੂੰ ਵੈਰੀਫਾਈ ਕਰਨਾ ਹੋਵੇ ਤਾਂ ਸਾਡੇ ਕੋਲ ਉਹਦਾ ਕੋਈ ਸੋਰਸ, ਕੋਈ ਆਧਾਰ ਨਹੀਂ। ਇਸ ਕਰਕੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਬਾਰੇ ਬਹੁਤ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਸਹੀ ਨੇ। ਮੈਂ ਸਿਰਫ ਉੱਚ ਸਿੱਖਿਆ ਦੇ ਬਾਰੇ ਥੋੜ੍ਹੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਸਾਡਾ ਜਿਹੜਾ ਉਚੇਰੀ ਸਿੱਖਿਆ ਦਾ ਪ੍ਰਬੰਧ ਹੈ, ਲਗਭਗ 150 ਸਾਲ ਤੋਂ ਇਹ ਚੱਲ ਰਿਹਾ। ਜਦੋਂ ਅੰਗਰੇਜ਼ ਆਏ ਸੀ 1880 ਦੇ ਕਰੀਬ ਯੂਨੀਵਰਸਿਟੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਕਾਲਜ ਸ਼ੁਰੂ ਹੋਏ। ਇਸ ਸਿਸਟਮ ਨੇ 150 ਸਾਲ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਦੇਖੀਆਂ ਨੇ, ਇਹਦੇ ਵਿੱਚ ਪੂਰਨਤਾਂ ਵੀ ਰਹੀਆਂ ਨੇ, ਇਹਦੇ ਵਿੱਚ ਕੁਝ ਚੰਗੀਆਂ ਗੱਲਾਂ ਵੀ ਰਹੀਆਂ ਨੇ, ਤੇ ਇਹ ਸਟਰਗਲ ਕਰਦਾ ਸੰਘਰਸ਼ ਕਰਦਾ ਇਸ ਦੀਆਂ ਪ੍ਰਾਪਤੀਆਂ ਵੀ ਬਹੁਤ ਹੋਈਆਂ। ਇਸ ਦੀ ਇੱਕ ਸਮਾਜ ਦੇ ਵਿੱਚ ਇੱਕ ਮਤਲਬ ਮੈਂ ਇੱਦਾਂ ਜੇ ਹੋਰ ਇਹਨੂੰ ਵੱਡੇ ਖੇਤਰ ਵਿੱਚ ਕਹਾਂ ਕਿ ਕਲਚਰਲੀ ਵੀ ਇਸ ਦੀ ਇੱਕ ਜਿਹਨੂੰ ਕਹਿੰਦੇ ਨੇ ਮਨਜ਼ੂਰੀ, ਐਕਸੈਪਟੈਂਸ, ਉਹ ਵੀ ਇਸ ਸਿਸਟਮ ਦੀ ਹੋਈ ਹੈ, ਬਾਵਜੂਦ ਇਹਦੇ ਕਿ ਇਹਦੇ ਵਿੱਚ ਬਹੁਤ ਕਮੀਆਂ ਰਹੀਆਂ ਨੇ। ਨਵੀਂ ਸਿੱਖਿਆ ਨੀਤੀ ਉਸ ਸਾਰੇ ਢਾਂਚੇ ਨੂੰ ਰੈਡੀਕਲੀ ਬਦਲ ਦੇਣਾ ਚਾਹੁੰਦੀ ਹੈ। ਬਿਲਕੁਲ ਜਿਹਨੂੰ ਇਹ ਕਹੀਏ ਕਿ ਸਿਰੇ ਤੋਂ ਹੀ ਉਹਨੂੰ ਨਕਾਰ ਕੇ ਇੱਕ ਨਵਾਂ ਢਾਂਚਾ ਖੜਾ ਕਰਨਾ ਚਾਹੁੰਦੀ ਹੈ। ਇਹਦੇ ਬੜੇ ਨਤੀਜੇ ਮੁਸ਼ਕਲਾਂ ਵਾਲੇ ਹੋ ਸਕਦੇ ਨੇ। ਨਵੀਂ ਨੀਤੀ ਇਹ ਕਹਿੰਦੀ ਹੈ ਕਿ 2040 ਵਿੱਚ ਤੱਕ, ਆਉਣ ਵਾਲੇ 20 ਸਾਲਾਂ ਦੇ ਵਿੱਚ ਜਿੰਨੇ ਵੀ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਰੂਪ ਰੇਖਾ ਬਦਲ ਦੇਵਾਂਗੇ। ਅੱਜ ਜਿੰਨੀਆਂ ਹਾਇਰ ਐਜੂਕੇਸ਼ਨ ਦੀਆਂ ਸੰਸਥਾਵਾਂ ਨੇ, ਅੱਜ ਦੇ ਕਰੀਬ 50,000 ਦੇ ਕਰੀਬ ਕਾਲਜ ਨੇ, 900 ਦੇ ਕਰੀਬ ਯੂਨੀਵਰਸਿਟੀਆਂ ਨੇ, ਕੁਝ ਰਿਸਰਚ ਇੰਸਟੀਚਿਊਟਸ ਨੇ, ਇਸ ਤਰ੍ਹਾਂ ਕੁਝ ਮਿਲਾ ਕੇ ਇੰਨੀ ਕੁ ਗਿਣਤੀ ਬਣਦੀ ਹੈ। ਨਵੀਂ ਨੀਤੀ ਦਾ ਇਹ ਕਹਿਣਾ ਹੈ ਕਿ ਅਸੀਂ 2040 ਤੱਕ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਬਣਾਵਾਂਗੇ ਕਿ ਜਿਹਦੇ ਵਿੱਚ ਸੰਸਥਾਵਾਂ ਦੀ ਗਿਣਤੀ ਛੋਟੀ ਹੋ ਜਾਏਗੀ ਤੇ ਆਕਾਰ ਵੱਡਾ ਹੋ ਜਾਏਗਾ। ਇਹਨੂੰ ਮੈਂ ਬਿਲਕੁਲ ਜੇ ਉਹਨਾਂ ਦੀ ਸਿਫਾਰਿਸ਼ਾਂ ਨੂੰ ਉਹਦਾ ਅਨੁਵਾਦ ਕਰਕੇ ਮੈਂ ਗੱਲ ਨੂੰ ਸਮਝਾਵਾਂ, ਮਤਲਬ ਉਹਨੂੰ ਪ੍ਰੈਕਟੀਕਲ ਸ਼ੇਪ ਵਿੱਚ ਜੇ ਆਪਾਂ ਦੇਖੀਏ, ਉਹਦਾ ਮਤਲਬ ਇਹ ਹੈ ਕਿ ਆਉਣ ਵਾਲੇ 20 ਸਾਲ ਦੇ ਵਿੱਚ ਯੂਨੀਵਰਸਿਟੀਆਂ ਤੇ ਕਾਲਜ ਮਿਲਾ ਕੇ ਜਿੰਨੀਆਂ ਹਾਇਰ ਐਜੂਕੇਸ਼ਨ ਸੰਸਥਾਵਾਂ ਨੇ ਉਹਨਾਂ ਦੀ ਗਿਣਤੀ 12,300 ਰਹਿ ਜਾਏਗੀ। ਔਰ ਉਹਨਾਂ ਦਾ ਇੱਕ ਹੋਰ ਵੀ ਇਸ ਦਾ ਟੀਚਾ ਉਹਨਾਂ ਨੇ ਮਿਥਿਆ ਕਿ ਅਸੀਂ ਆਪਣੀ ਗ੍ਰੋਸ ਐਨਰੋਲਮੈਂਟ ਰੇਸ਼ੋ
ਵਧਾਉਣਾ ਚਾਹੁੰਦੇ ਹਾਂ। ਗ੍ਰੋਸ ਐਨਰੋਲਮੈਂਟ ਰੇਸ਼ੋ ਦਾ ਵਿਦਿਆਰਥੀਓ ਇਹ ਮਤਲਬ ਹੁੰਦਾ ਹੈ ਕਿ ਇੱਕ ਆਯੂ ਗੁੱਟ ਵਿੱਚ, ਜਿਵੇਂ ਕਿ ਸਾਡੀ ਹਾਇਰ ਐਜੂਕੇਸ਼ਨ ਦੀ ਜਿਹੜੀ ਏਜ ਗਰੁੱਪ ਹੈ ਉਹ 18 ਤੋਂ 24 ਜਾਂ 23 ਮੰਨਿਆ ਜਾਂਦਾ, ਇਹਦੀ ਇੱਕ ਅਨੁਮਾਨਿਤ ਗਿਣਤੀ ਹੁੰਦੀ ਹੈ ਕਿ ਇੰਨੀ ਕੁ ਗਿਣਤੀ ਹੋਏਗੀ, ਇੰਨਾ ਕੁ ਯੂਥ ਜਿਹੜਾ ਸਾਡਾ ਇਸ ਏਜ ਗਰੁੱਪ ਵਿੱਚ ਹੋਏਗਾ। ਉਸ ਅਨੁਮਾਨਿਤ ਗਿਣਤੀ ਦੇ ਵਿੱਚੋਂ ਜਿੰਨਾ ਪ੍ਰਤੀਸ਼ਤ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਵਿੱਚ ਜਾ ਕੇ ਪੜ੍ਹਾਈ ਕਰਦਾ ਹੋਵੇ, ਉਸ ਰੇਸ਼ੋ ਨੂੰ ਆਪਾਂ ਗ੍ਰੋਸ ਐਨਰੋਲਮੈਂਟ ਰੇਸ਼ੋ ਕਹਿੰਦੇ ਹਾਂ। ਇਸ ਵੇਲੇ ਸਾਡੀ ਜਿਹੜੀ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ ਉਹ 25.8% ਹੈ। ਠੀਕ ਹੈ, ਕਿ ਅਸੀਂ ਸੰਸਥਾਵਾਂ ਦੀ ਗਿਣਤੀ ਘੱਟ ਕਰ ਦੇਣੀ ਹੈ ਤੇ ਗ੍ਰੋਸ ਐਨਰੋਲਮੈਂਟ ਰੇਸ਼ੋ ਆਪਾਂ ਵਧਾ ਦੇਣੀ। ਲਗਭਗ 70% ਜਿਹੜੇ ਸੰਸਥਾਵਾਂ ਨੇ ਉਹ ਬੰਦ ਹੋ ਜਾਣਗੀਆਂ, ਤੇ ਜੇ 70% ਸੰਸਥਾਵਾਂ ਬੰਦ ਕਰਨ ਦਾ ਇਹਨਾਂ ਦਾ ਇਰਾਦਾ ਹੈ, 10 ਸਾਲ ਦੇ ਵਿੱਚ ਜਿਹੜੀ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ ਉਹ ਦੁੱਗਣੀ ਕਰਨ ਦਾ ਜਿਹੜਾ ਇਹਨਾਂ ਦਾ ਟੀਚਾ ਹੈ ਉਹ ਕਿਵੇਂ ਪੂਰਾ ਹੋਏਗਾ। ਇਹਨੂੰ ਕਾਹਲੀ ਇੰਨੀ ਹੈ ਕਿ ਇੱਕ ਤਾਂ ਨੀਤੀ ਅਜੇ ਡਰਾਫਟ ਹੈ, ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਅਸੀਂ 10 ਸਾਲ ਦੇ ਵਿੱਚ ਗ੍ਰੋਸ ਐਨਰੋਲਮੈਂਟ ਰੇਸ਼ੋ ਨੂੰ 50% ਕਰ ਦਿਆਂਗੇ। ਨਾਲ ਦੀ ਨਾਲ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਨੇ, ਜਿਹੜੀ ਸਰਕਾਰ, ਭਾਰਤ ਸਰਕਾਰ ਦਾ ਮੰਤਰਾਲਾ ਹੈ, ਉਹਨਾਂ ਨੇ ਇੱਕ ਡਾਕੂਮੈਂਟ ਜਾਰੀ ਕੀਤਾ ਜਿਹਨੂੰ ਅਸੀਂ ਇਕਵਿਪ ਨਾਂ ਦਾ ਡਾਕੂਮੈਂਟ ਆ। ਉਹਦਾ ਜਿਹੜਾ ਪੂਰਾ ਨਾਂ ਹੈਗਾ ਕੁਆਲਿਟੀ ਅਪਗ੍ਰੇਡੇਸ਼ਨ, ਐਜੂਕੇਸ਼ਨ ਦੀ ਕੁਆਲਿਟੀ ਨੂੰ ਅਪਗ੍ਰੇਡ ਕਰਨ ਦਾ ਇੱਕ ਇਹਨਾਂ ਨੇ ਪੂਰਾ ਕੈਪਸੂਲ, ਇੱਕ ਢਾਂਚਾ ਇਹਨਾਂ ਨੇ ਸੁਝਾਇਆ, ਔਰ ਉਹਦੇ ਬਲਕਿ ਸੁਝਾਇਆ ਨਹੀਂ ਹੈ, ਉਹ ਤੇ ਲਾਗੂ ਹੋਣਾ ਹੈ। ਇਕਵਿਪ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ 5 ਸਾਲ ਦੇ ਵਿੱਚ, ਅੱਜ 19 ਹੈ, 2024 ਦੇ ਵਿੱਚ ਜਿਹੜੀ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ ਉਹ ਅਸੀਂ 52% ਕਰ ਦੇਣੀ ਹੈ। ਹੁਣ ਇਹ ਨਹੀਂ ਮੈਨੂੰ ਸਮਝ ਆ ਰਹੀ, ਬਹੁਤ ਲੋਕਾਂ ਨੂੰ ਨਹੀਂ ਸਮਝ ਆ ਰਹੀ ਕਿ 10 ਸਾਲ ਦੇ ਵਿੱਚ 50% ਕਰਨਾ ਹੈ, 5 ਸਾਲਾਂ ਵਿੱਚ ਹੀ 52% ਕਰ ਦੇਣਾ, ਇਹ ਕਿਵੇਂ ਕਰ ਦੇਣਾ? ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜਦੋਂ ਇਹ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਉਹਦਾ ਪੁਨਰਗਠਨ ਕਰਨਾ ਚਾਹੁੰਦੇ ਨੇ, ਇਹ ਕਹਿੰਦੇ ਨੇ ਕਿ ਅਸੀਂ ਹੁਣ ਸਿਰਫ 3 ਤਰ੍ਹਾਂ ਦੀਆਂ ਸੰਸਥਾਵਾਂ ਕਾਇਮ ਕਰਾਂਗੇ ਜਾਂ 3 ਤਰ੍ਹਾਂ ਦੀਆਂ ਸੰਸਥਾਵਾਂ ਰਹਿਣਗੀਆਂ, ਟਾਈਪ 1, ਟਾਈਪ 2 ਤੇ ਟਾਈਪ 3। ਟਾਈਪ 1 ਰਿਸਰਚ ਯੂਨੀਵਰਸਿਟੀ ਹੋਏਗੀ, ਟਾਈਪ 2 ਟੀਚਿੰਗ ਯੂਨੀਵਰਸਿਟੀ ਹੋਏਗੀ, ਤੇ ਟਾਈਪ 3 ਇੰਸਟੀਟਿਊਸ਼ਨ ਜਿਹੜਾ ਹੈ ਉਹ ਖੁਦ ਮੁਖਤਾਰ ਕਾਲਜ, ਜਿਹਨੂੰ ਅਸੀਂ ਆਟੋਨੋਮਸ ਕਾਲਜਸ ਕਹਿੰਦੇ ਹਾਂ, ਉਹ ਹੋਣਗੇ। ਉਹਨਾਂ ਨੇ ਗਿਣਤੀ ਵੀ ਤੈਅ ਕਰਤੀ। ਰਿਸਰਚ ਯੂਨੀਵਰਸਿਟੀ 300 ਦੇ ਕਰੀਬ, ਟੀਚਿੰਗ ਯੂਨੀਵਰਸਿਟੀਆਂ 1000 ਦੇ ਕਰੀਬ, ਤੇ ਆਟੋਨੋਮਸ ਕਾਲਜਸ ਜਿਹੜੇ ਨੇ 10,000 ਦੇ ਕਰੀਬ, ਸਾਰੇ ਹਿੰਦੁਸਤਾਨ ਵਿੱਚ। ਹੁਣ ਟਾਈਪ 1, ਟਾਈਪ 2 ਤੇ ਟਾਈਪ 3, ਮੈਂ ਹੁਣ ਇਹ ਕਿਹਾ ਸੀਗਾ ਕਿ ਉਹ ਕਹਿੰਦੇ ਨੇ ਕਿ ਇਹਨਾਂ ਸੰਸਥਾਵਾਂ ਦਾ ਆਕਾਰ ਵੱਡਾ ਹੋਏਗਾ। ਆਕਾਰ ਵੱਡਾ ਹੋਣ ਦੇ ਉਹਨਾਂ ਦੇ ਕਈ ਉਹ ਰੀਜ਼ਨ ਦੱਸਦੇ ਨੇ, ਜਿਹੜਾ ਸ਼ਾਇਦ ਹੁਣ ਵਿਸਤਾਰ ਵਿੱਚ ਮੈਂ ਨਹੀਂ ਜਾਵਾਂਗਾ। ਉਹ ਇਹ ਕਹਿੰਦੇ ਨੇ ਕਿ ਕੋਈ ਵੀ ਯੂਨੀਵਰਸਿਟੀ ਜਿਹੜੀ ਆਪਾਂ ਐਸਟੈਬਲਿਸ਼ ਕਰਨੀ ਹੈ, ਉਹਦੀ ਗਿਣਤੀ, ਵਿਦਿਆਰਥੀਆਂ ਦੀ ਗਿਣਤੀ, ਐਨਰੋਲਮੈਂਟ ਘੱਟ ਤੋਂ ਘੱਟ 5000 ਤੇ 25000 ਤੇ 25000 ਤੋਂ ਵੀ ਵੱਧ ਹੋ ਸਕਦੀ ਹੈ। ਰਿਸਰਚ ਯੂਨੀਵਰਸਿਟੀ ਵੀ ਤੇ ਟੀਚਿੰਗ ਯੂਨੀਵਰਸਿਟੀ ਦੋਵੇਂ। ਜਿਹੜੇ ਆਟੋਨੋਮਸ ਕਾਲਜ ਨੇ ਉਹ 2000 ਤੋਂ 5000 ਦੀ ਰੇਂਜ ਵਿੱਚ ਉਹਨਾਂ ਦੀ ਗਿਣਤੀ ਹੋਣੀ ਚਾਹੀਦੀ ਹੈ, ਤੇ 5000 ਤੋਂ ਵੱਧ ਹੋਵੇ ਤੇ ਬਹੁਤ ਹੀ ਵਧੀਆ। ਹੁਣ 25000 ਤੋਂ ਵੱਧ ਹੋਵੇ ਤੇ ਬਹੁਤ ਵਧੀਆ, ਲੇਕਿਨ 5000 ਤੋਂ ਘੱਟ ਵਾਲਾ ਇਹਨਾਂ ਦੇ ਹਿਸਾਬ ਦੇ ਨਾਲ ਉਹ ਸੰਸਥਾ ਨਹੀਂ ਚੱਲੇਗੀ। ਇਹਦੇ ਨਾਲ ਕੁਝ ਸਵਾਲ ਪੈਦਾ ਹੁੰਦੇ ਨੇ। ਪਹਿਲੀ ਗੱਲ ਇਹ ਕਿ ਤੁਸੀਂ ਜਦੋਂ 3 ਤਰ੍ਹਾਂ ਦੀਆਂ ਸੰਸਥਾਵਾਂ ਦਾ ਨਾਮਕਰਨ ਰੱਖਿਆ ਤੇ ਉਹਦੀ ਕੀ ਖਾਸੀਅਤ ਸੀ, ਖਾਸ ਕਰ ਯੂਨੀਵਰਸਿਟੀਆਂ, ਔਰ ਉਹ ਜਿਹੜਾ ਫਰਕ ਹੈ ਉਹ ਬਹੁਤ ਉਗੜ ਕੇ ਸਾਹਮਣੇ ਨਹੀਂ ਆਇਆ ਇਸ ਨੀਤੀ ਵਿੱਚ।
ਉਹ ਇਹ ਕਹਿੰਦੇ ਨੇ ਕਿ ਰਿਸਰਚ ਯੂਨੀਵਰਸਿਟੀ ਜਿਹੜੀ ਹੈ ਉਹਦਾ ਫੋਕਸ ਜਿਹੜਾ ਹੈਗਾ ਉਹ ਖੋਜ 'ਤੇ ਹੋਏਗਾ, ਪਰ ਉਹ ਟੀਚਿੰਗ ਵੀ ਕਰੇਗੀ। ਜਿਹੜੀ ਟੀਚਿੰਗ ਯੂਨੀਵਰਸਿਟੀ ਹੈ ਉਹਦਾ ਫੋਕਸ ਟੀਚਿੰਗ 'ਤੇ ਹੋਏਗਾ, ਪਰ ਉਹ ਰਿਸਰਚ ਵੀ ਕਰੇਗੀ। ਹੁਣ ਉਹ ਜਿਹੜੀ ਲਾਈਨ ਕਿਵੇਂ ਖਿੱਚਾਂਗੇ ਆਪਾਂ, ਉਹ ਫੋਕਸ ਰਿਸਰਚ ਦਾ ਫੋਕਸ ਕਿਵੇਂ ਡਿਸਾਈਡ ਹੋਏਗਾ, ਟੀਚਿੰਗ ਉਹ ਤੋਂ ਘੱਟ ਦਰਜੇ ਦੀ ਹੋਏਗੀ, ਇਹ ਕਿਵੇਂ ਡਿਸਾਈਡ ਹੋਏਗਾ। ਟੀਚਿੰਗ ਔਰ ਰਿਸਰਚ ਤਾਂ ਦੋਨੋਂ ਬੜੀਆਂ ਆਪਣੇ ਆਪ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਕਾਰਜ ਨੇ ਜਿਹੜੇ ਪੂਰੇ ਦਿਲ ਨਾਲ ਕਰਨ ਵਾਲੇ ਹੁੰਦੇ ਨੇ। ਉਹਦੇ ਵਿੱਚ ਘੱਟ ਜਾਂ ਵੱਧ ਵਾਲਾ ਮਸਲਾ ਤਾਂ ਹੁੰਦਾ ਨਹੀਂ। ਜੇ ਇੱਕ ਟੀਚਰ ਰਿਸਰਚ ਕਰ ਰਿਹਾ ਤਾਂ ਉਹ ਫਿਰ ਪੂਰੇ ਦਿਲ ਨਾਲ ਹੀ ਰਿਸਰਚ ਕਰ ਰਿਹਾ। ਜੇ ਇੱਕ ਰਿਸਰਚਰ ਪੜ੍ਹਾ ਰਿਹਾ ਤਾਂ ਉਹ ਪੂਰੇ ਦਿਲ ਨਾਲ ਹੀ ਪੜ੍ਹਾ ਰਿਹਾ। ਹੁਣ ਇਹਨਾਂ ਨੇ ਉਹ ਲਾਈਨ ਕਿਵੇਂ ਖਿੱਚਣੀ ਹੈ, ਇੱਕ ਤਾਂ ਇਸ ਗੱਲ ਦੇ ਬਾਰੇ ਕੋਈ ਸਪਸ਼ਟਤਾ ਨਹੀਂ। ਆਟੋਨੋਮਸ ਕਾਲਜ ਬਾਰੇ ਇਹ ਕਹਿੰਦੇ ਨੇ ਕਿ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਹੁਣ ਸਿਸਟਮ ਐਫੀਲੀਏਟਿਡ ਕਾਲਜਸ ਦਾ ਚੱਲਦਾ ਉਹਨੂੰ ਅਸੀਂ ਖਤਮ ਕਰ ਦਿਆਂਗੇ। ਹੁਣ ਕੋਈ ਵੀ ਯੂਨੀਵਰਸਿਟੀ ਉਹਦੇ ਨਾਲ ਜਿਹੜੇ ਕਾਲਜ ਐਫੀਲੀਏਸ਼ਨ ਹੈ ਉਹ ਖਤਮ ਹੋ ਜਾਏਗਾ। ਜਿਹੜੇ ਐਫੀਲੀਏਟਿਡ ਕਾਲਜਸ ਨੇ ਉਹ ਕਰਨਗੇ ਕੀ, ਉਹਨਾਂ ਲਈ ਉਹਨਾਂ ਨੇ 3 ਰਾਹ ਸੁਝਾਏ ਨੇ। ਜਾਂ ਤੇ ਤੁਸੀਂ ਜੀ ਆਟੋਨੋਮਸ ਕਾਲਜ ਹੋ ਜਾਓ, ਮਤਲਬ ਤੁਸੀਂ ਆਪਣੀ ਗਿਣਤੀ ਵਧਾਓ, ਆਪਣੇ ਸਾਧਨ ਵਧਾਓ ਤੇ ਆਟੋਨੋਮਸ ਕਾਲਜ ਹੋ ਜਾਓ। ਆਟੋਨੋਮਸ ਕਾਲਜ ਦੀਆਂ ਸ਼ਰਤਾਂ ਕੀ ਹੋਣਗੀਆਂ ਇਹ ਅਜੇ ਤੈਅ ਕਰਨੀਆਂ ਨੇ ਉਹਨਾਂ ਨੇ, ਉਹ ਦੱਸਣਗੇ। ਤੁਸੀਂ ਆਟੋਨੋਮਸ ਕਾਲਜ ਹੋ ਜਾਓ, ਜੇ ਨਹੀਂ ਹੋ ਸਕਦੇ ਤਾਂ ਜਿਹੜੀ ਯੂਨੀਵਰਸਿਟੀ ਨਾਲ ਤੁਸੀਂ ਸੰਬੰਧ ਰੱਖਦੇ ਹੋ ਉਸ ਯੂਨੀਵਰਸਿਟੀ ਦਾ ਹਿੱਸਾ ਬਣ ਜਾਓ, ਕੰਸਟੀਚੂਐਂਟ ਕਾਲਜ ਬਣ ਜਾਓ। ਤੇ ਜੇ ਉਹ ਵੀ ਨਹੀਂ ਤੁਹਾਡੇ ਕੋਲ ਹੁੰਦਾ ਤੇ ਫਿਰ ਬੰਦ ਹੋ ਜਾਓ। ਨਤੀਜਾ ਤਾਂ ਕੋਈ ਬਦਲ ਹੀ ਨਹੀਂ, ਕਿਉਂਕਿ ਤੀਸਰੇ ਕਿਸਮ ਦਾ ਤਾਂ ਕੋਈ ਸੰਸਥਾ ਇਹਨਾਂ ਦੀ ਨੀਤੀ ਦੇ ਮੁਤਾਬਿਕ ਆਪਾਂ ਨਹੀਂ ਚੱਲਣ ਦੇਣੀ। ਸੋ ਦੋਸਤੋ, ਇਹ ਗੱਲ ਬੜਾ ਮਤਲਬ ਮਸਲਾ ਅਜੀਬ ਹੈ ਕਿ ਇਹ ਸਾਰੀ ਜਿਹੜੀ ਤਬਦੀਲੀ ਹੈ ਇਹ ਕਿਵੇਂ ਹੋਏਗੀ, ਔਰ ਇਹ ਸਾਰਾ ਕੁਝ ਆਉਣ ਵਾਲੇ 10 ਤੋਂ 15 ਸਾਲਾਂ ਦੇ ਵਿੱਚ ਹੋਏਗਾ। ਆਟੋਨੋਮਸ ਕਾਲਜ ਨੂੰ ਇਹ ਪੂਰੀ ਖੁੱਲ੍ਹ ਹੋਏਗੀ ਕਿ ਉਹ ਡਿਗਰੀਆਂ ਆਪ ਦੇਣਗੇ। ਹੁਣ ਯੂਨੀਵਰਸਿਟੀਆਂ ਡਿਗਰੀਆਂ ਨਹੀਂ ਦੇਣਗੀਆਂ, ਉਹ ਜਿਹੜੇ ਕਾਲਜ ਨੇ ਉਹ ਡਿਗਰੀ ਦੇਣ ਦੇ ਅਦਾਰੇ ਵੀ ਹੋਣਗੇ। ਇਹਦੇ ਕੁਝ ਇਹ ਜਿਹੜੇ ਸੁਝਾਅ ਨੇ ਇਹਦੇ ਕੁਝ ਖਤਰੇ ਨੇ। ਪਹਿਲੀ ਗੱਲ ਇਹ ਕਿ ਮੈਂ ਇਸ਼ਾਰਾ ਕੀਤਾ ਸੀਗਾ ਕਿ 150 ਸਾਲ ਤੋਂ ਜਿਹੜੀ ਸੰਸਥਾਵਾਂ ਚੱਲੀਆਂ ਆ ਰਹੀਆਂ ਸੀਗੀਆਂ ਜਾਂ ਜਿਹੜੀਆਂ ਕੰਮ ਇੱਕ ਸਿਸਟਮ ਚੱਲ ਰਿਹਾ ਸੀ, ਤੁਸੀਂ ਪੰਜਾਬ ਦੇ ਇਲਾਕਿਆਂ ਵਿੱਚ ਦੇਖਿਆ ਹੋਵੇਗਾ ਕਿ ਸਰਕਾਰੀ ਸੰਸਥਾਵਾਂ ਤਾਂ ਸਨ, ਪਰ ਬਹੁਤ ਜ਼ਿਆਦਾ ਸੰਸਥਾਵਾਂ ਇਹੋ ਜਿਹੀਆਂ ਸਨ ਜਿਹੜੀਆਂ ਪ੍ਰਾਈਵੇਟ ਲੋਕਾਂ ਨੇ, ਪ੍ਰਾਈਵੇਟ ਸੰਸਥਾਵਾਂ ਨੇ, ਗੈਰ ਸਰਕਾਰੀ ਸੰਸਥਾਵਾਂ ਨੇ ਖੋਲ੍ਹੀਆਂ ਸਨ, ਜਿਹਦੇ ਵਿੱਚ ਸਾਧਾਂ ਦੇ ਡੇਰੇ ਸਨ, ਜਿਹਦੇ ਵਿੱਚ DAV, ਖਾਲਸਾ ਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਕਾਲਜ ਸਨ। ਤੇ ਉਹਨਾਂ ਨੇ ਇਹ ਜਿੰਨੇ ਕਾਲਜ ਨੇ ਅੰਗਰੇਜ਼ ਸਰਕਾਰ ਦੇ ਵੇਲੇ ਜਿਹੜੇ ਕਾਲਜ ਖੋਲ੍ਹੇ ਜਾਂਦੇ ਸੀ ਉਹਦੇ ਮੁਕਾਬਲੇ ਤੇ ਨੈਸ਼ਨਲ ਐਜੂਕੇਸ਼ਨ ਸਿਸਟਮ ਨੂੰ ਬਣਾਉਣ ਦਾ ਇੱਕ ਯਤਨ ਕੀਤਾ ਸੀ। ਉਹਨਾਂ ਨੇ ਉਹ ਕਾਲਜ ਉਦੋਂ ਚਲਾਏ ਸੀ। ਉਸ ਤੋਂ ਬਾਅਦ ਵੀ ਉਹ ਪ੍ਰਾਈਵੇਟ ਜਿਹੜੇ ਸੰਸਥਾਵਾਂ ਨੇ ਆਪਣੇ ਸਿਰ ਤੇ ਚੱਲਦੀਆਂ ਰਹੀਆਂ, ਔਰ ਉਹ ਸੰਸਥਾਵਾਂ ਅੱਜ ਵੀ ਅਸੀਂ ਉਹਨਾਂ ਜ਼ਿਕਰ ਕਰ ਸਕਦੇ ਹਾਂ ਕਿ ਉਹਨਾਂ ਜਗ੍ਹਾ ਤੇ ਨੇ ਜਿੱਥੇ ਕੋਈ ਜਾਣ ਨੂੰ ਰਾਜੀ ਨਹੀਂ। ਉਹਨਾਂ ਪਿੰਡਾਂ ਵਿੱਚੋਂ ਖੋਲ੍ਹੇ ਕੁੜੀਆਂ ਲਈ ਕਾਲਜ ਖੋਲ੍ਹੇ ਗਏ, ਸਕੂਲ ਖੋਲ੍ਹੇ ਗਏ, ਜਿੱਥੇ ਅੱਜ ਵੀ ਤੁਸੀਂ ਜੇ ਉਹਨਾਂ ਥਾਵਾਂ 'ਤੇ ਜਾਣਾ ਹੋਵੇ ਤੇ ਸੜਕਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਵਲ ਖਾਂਦੀਆਂ ਨੇ ਔਰ ਇੰਨੀਆਂ ਛੋਟੀਆਂ ਨੇ ਕਿ ਤੁਹਾਨੂੰ ਅੱਜ ਵੀ ਲੱਗੇਗਾ ਕਿ ਇਹ ਬੜੇ ਰਿਮੋਟ ਏਰੀਆ ਵਿੱਚ ਕਾਲਜ ਨੇ। ਤੇ ਜੇ ਕਿਸੇ ਨੇ 50 ਸਾਲ ਪਹਿਲੇ ਉੱਥੇ ਕਾਲਜ ਖੋਲ੍ਹਿਆ ਸੀ ਤੇ ਇਹ ਯਕੀਨੀ ਸਮਝੋ ਕਿ ਉਹਨਾਂ ਸੰਸਥਾਵਾਂ ਨੇ ਕਿਸੇ ਫਾਇਦੇ ਨੂੰ ਧਿਆਨ 'ਚ ਰੱਖ ਕੇ ਕਾਲਜ ਨਹੀਂ ਖੋਲ੍ਹਿਆ ਸੀ। ਉਹਨਾਂ ਨੇ ਉੱਥੋਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ ਕਾਲਜ ਖੋਲ੍ਹਿਆ ਸੀ। ਪਹਿਲੇ ਦਹਾਕੇ ਵਿੱਚ ਜਦੋਂ ਆਜ਼ਾਦ ਹੋ ਗਏ ਅਸੀਂ, ਸਰਕਾਰ ਨੇ ਇੱਕ ਗੱਲ ਸੋਚੀ ਕਿ ਇਹ ਜਿਹੜੇ ਸਾਰੇ ਇੰਸਟੀਟਿਊਸ਼ਨਸ ਨੇ ਇਹ ਉਹ ਕੰਮ ਕਰ ਰਹੇ ਨੇ ਜਿਹੜਾ ਸਰਕਾਰ ਨੇ ਕਰਨਾ ਸੀ।
ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਮਦਦ ਕਰੀਏ। ਤੇ ਉਦੋਂ ਇੱਕ ਸਿਸਟਮ ਆਇਆ ਸੀ, ਗ੍ਰਾਂਟ ਇਨ ਏਡ ਸਿਸਟਮ। ਉਹਨਾਂ ਨੇ ਕਿਹਾ ਕਿ ਤੁਸੀਂ ਚਲਾ ਰਹੇ ਹੋ, ਅਸੀਂ ਤੁਹਾਨੂੰ ਆਪਣੇ ਵੱਲੋਂ ਕੋਈ ਮਦਦ ਦਿੰਦੇ ਹਾਂ, ਤੇ ਗ੍ਰਾਂਟ ਇਨ ਏਡ ਸਿਸਟਮ ਸ਼ੁਰੂ ਹੋਇਆ। ਇਹ ਜਿਹੜਾ 2018 ਦੀ ਇੱਕ ਰਿਪੋਰਟ ਹੈ ਮਿਨਿਸਟਰੀ ਦੀ, ਮਾਨਵ ਸੰਸਾਧਨ ਮੰਤਰਾਲੇ ਦੀ, ਆਪਣਾ ਹਾਇਰ ਐਜੂਕੇਸ਼ਨ ਦੇ ਉੱਪਰ ਰਿਪੋਰਟ ਆ, ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਇਸ ਵੇਲੇ 78% ਜਿਹੜੇ ਸੰਸਥਾਵਾਂ ਨੇ ਉਹ ਨਿੱਜੀ ਖੇਤਰ ਵਾਲੇ ਲੋਕ ਚਲਾ ਰਹੇ ਨੇ, ਤੇ 22% ਨੇ ਜਿਹੜੀ ਸਰਕਾਰੀ ਸੰਸਥਾਵਾਂ ਨੇ। ਦੂਸਰਾ ਇੱਕ ਉਹਨਾਂ ਨੇ ਇੰਕਸ਼ਾਫ ਇੱਕ ਹੋਰ ਉਸ ਰਿਪੋਰਟ 'ਚ ਕੀਤਾ ਕਿ 65% ਕਾਲਜ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਗਿਣਤੀ 500 ਜਾਂ 500 ਤੋਂ ਘੱਟ ਹੈ। ਹੁਣ ਇਹਨਾਂ ਦੋਵਾਂ ਚੀਜ਼ਾਂ ਨੂੰ ਨਜ਼ਰ 'ਚ ਰੱਖਦਿਆਂ ਹੋਇਆਂ, ਤੇ ਜਿਹੜੀ ਮੈਂ ਪਹਿਲੇ ਹੁਣੇ ਗੱਲ ਕਹੀ ਹੈ ਉਹਨੂੰ ਨਜ਼ਰ 'ਚ ਰੱਖਦਿਆਂ ਹੋਇਆਂ, ਤੁਸੀਂ ਹੁਣ ਇਹ ਦੱਸੋ ਕਿ ਉਹਨਾਂ ਦੂਰ ਦੁਰਾਡੇ ਇਲਾਕੇ ਵਿੱਚ ਖੁੱਲ੍ਹੇ ਹੋਏ ਕਾਲਜ ਜਿੱਥੇ ਅਸੀਂ ਬੱਚਿਆਂ ਨੂੰ ਭੇਜ ਸਕਦੇ ਸੀ, ਜਿੱਥੇ ਉਹ ਲੋਕ, ਉਹ ਲੜਕੇ, ਉਹ ਮੁੰਡੇ ਜਿਨ੍ਹਾਂ ਦੇ ਮਾਂ-ਬਾਪ ਇੰਨਾ ਪੈਸਾ ਨਹੀਂ ਖਰਚ ਸਕਦੇ ਉਹਨਾਂ ਨੂੰ ਦੂਰ ਭੇਜ ਕੇ ਪੜ੍ਹਾਉਣ ਲਈ, ਉਹ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਸੀ। ਜੇ 65% ਇਸ ਤਰ੍ਹਾਂ ਦੇ ਕਾਲਜ ਜਿਨ੍ਹਾਂ ਦੀ ਗਿਣਤੀ 500 ਤੋਂ ਘੱਟ ਹੈ, ਜੇ ਉਹ ਬੰਦ ਹੋ ਜਾਣਗੇ ਇਹਨਾਂ ਦੇ ਹਿਸਾਬ ਨਾਲ, ਤੇ 70% ਬੰਦ ਹੋ ਜਾਣਗੇ। ਤੇ ਇਹ ਉਹਨਾਂ ਲੜਕੀਆਂ, ਉਹਨਾਂ ਬੱਚੀਆਂ, ਉਹਨਾਂ ਬੱਚਿਆਂ ਔਰ ਉਹਨਾਂ ਇਲਾਕਿਆਂ ਦੀ ਐਜੂਕੇਸ਼ਨ ਦਾ ਕੀ ਹਾਲ ਹੋਏਗਾ। ਜ਼ਾਹਿਰ ਹੈ ਕਿ ਜਿਹੜੇ ਲੋਕ ਉਸ ਸੁਵਿਧਾ ਉਹਨਾਂ ਕੋਲ ਸੀ, ਇਸ ਨੀਤੀ ਦੀ ਨਵੀਂ ਸੁਜੈਸ਼ਨ ਦੇ ਮੁਤਾਬਕ ਉਹ ਸੁਵਿਧਾ ਵਾਪਸ ਲੈ ਲਈ ਜਾਏਗੀ। ਇਹ ਐਂਟੀ ਰੂਰਲ ਐਜੂਕੇਸ਼ਨ ਸਟੈਪ ਹੈ। ਇਹ ਬਿਲਕੁਲ ਜਿਹੜੇ ਪਿਛੜੇ ਹੋਏ ਇਲਾਕੇ ਨੇ ਉਹਨਾਂ ਦੇ ਖਿਲਾਫ ਇਹ ਕਦਮ ਹੈ, ਖਾਸ ਕਰ ਬੱਚਿਆਂ ਦੀ ਐਜੂਕੇਸ਼ਨ ਦੇ ਖਿਲਾਫ ਇਹ ਕਦਮ ਹੈ। ਇੱਕ ਮਜ਼ੇਦਾਰ ਗੱਲ ਇਹਦੇ ਨਾਲ ਇੱਕ ਹੋਰ ਹੈ ਕਿ ਜਿਵੇਂ ਪ੍ਰੋਫੈਸਰ ਜੋਗਾ ਸਿੰਘ ਨੇ ਆਪਣੇ ਵਿਆਖਿਆਨ 'ਚ ਗੱਲ ਕਹੀ ਕਿ ਇਹ ਬੜੀਆਂ ਮਜ਼ੇਦਾਰ ਗੱਲਾਂ ਵੀ ਵਿੱਚ ਕਰਦੇ ਨੇ ਔਰ ਆਪਣੇ ਆਪ ਨੂੰ ਕੱਟਦੀਆਂ ਹੋਈਆਂ ਗੱਲਾਂ ਵੀ ਕਰਦੇ ਨੇ। ਤੁਸੀਂ ਇਹ ਦੇਖੋ ਕਿ ਇਹ ਬਾਰ-ਬਾਰ ਹਰ ਥਾਂ ਤੇ ਇੱਕ ਇਸ ਨੀਤੀ ਦੀ ਇੱਕ ਹੋਰ ਬੜੀ ਖਾਸੀਅਤ ਹੈ ਕਿ ਇਹਨਾਂ ਦਾ ਕੋਈ ਪਤਾ ਨਹੀਂ ਵੀ ਇਹਨਾਂ ਨੇ ਕਿਹੜੀ ਗੱਲ ਕਿੱਥੇ ਰਿਪੀਟ ਕਰ ਦੇਣੀ ਹੈ। ਉੱਥੇ ਦੀ ਕੰਟੈਕਸਟ ਬਣਦੀ ਹੈ, ਨਹੀਂ ਬਣਦੀ ਹੈ, ਜੇ ਚੇਤਾ ਆ ਗਿਆ ਨਾ ਇਹਨਾਂ ਉੱਥੇ ਵੀ ਲਿਖ ਦੇਣੀ ਹੈ ਬਿਨਾਂ ਇਸ ਗੱਲ ਦਾ ਧਿਆਨ ਕੀਤੇ ਵੀ ਪਹਿਲੇ ਵੀ ਇਹ ਗੱਲ ਕਹੀ ਜਾ ਚੁੱਕੀ ਹੈ। ਉਹਦਾ ਇੱਕ ਕੰਟੈਕਸਟ ਹੈ, ਉਹਦੀ ਇੱਕ ਸੰਦਰਭ ਹੈ। ਸੋ ਇਹ ਥਾਂ ਤੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਿਹੜੇ ਲੋਕ ਹਿਤੈਸ਼ੀ ਸੰਸਥਾਵਾਂ ਨੇ, ਜਿਹਨੂੰ ਕੋਈ ਫਿਲੈਂਥਰੋਪਿਸਟ ਆਰਗੇਨਾਈਜੇਸ਼ਨਸ ਕਹਿੰਦੇ ਆ, ਜਿਹੜੀਆਂ ਮਤਲਬ ਲੋਕ ਭਲਾਈ ਦੇ ਕੰਮਾਂ ਵਿੱਚ ਰੁੱਝੀਆਂ ਹੋਈਆਂ ਨੇ, ਔਰ ਜਿਹੜੇ ਪ੍ਰਾਈਵੇਟ ਅਦਾਰੇ ਨੇ, ਅਸੀਂ ਉਹਨਾਂ ਨੂੰ ਸੱਦਾ ਦੇਣਾ ਚਾਹੁੰਦੇ ਹਾਂ ਕਿ ਉਹ ਐਜੂਕੇਸ਼ਨ ਵਿੱਚ ਆਉਣ। ਨਾਲ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਫਿਲੈਂਥਰੋਪੀ ਵਾਲੇ ਨੇ, ਜਿਹੜੇ ਲੋਕ ਹਿੱਤ ਲਈ ਕੰਮ ਕਰਨ ਵਾਲੇ ਨੇ, ਉਹ ਤੇ ਕਮਾਈ ਲਈ ਆਉਣਗੇ ਹੀ ਨਹੀਂ, ਪੱਕੀ ਗੱਲ ਹੈ। ਉਹ ਤੇ ਹੁਣ ਤੱਕ ਨਹੀਂ ਆਏ ਕਮਾਈ ਲਈ। ਉਹ ਤਾਂ ਹੁਣ ਜਦੋਂ ਉਹ ਗ੍ਰਾਂਟ ਐਂਡ ਏਡ ਸਿਸਟਮ ਜਿਹੜਾ ਚੱਲ ਰਿਹਾ ਸੀ, ਜਦੋਂ ਸਰਕਾਰਾਂ ਨੇ ਮਦਦ ਦੇਣੀ ਸ਼ੁਰੂ ਕੀਤੀ ਤੇ ਉਹ ਚੱਲ ਰਹੇ ਸੀ, ਤੇ ਹੁਣ ਪਿਛਲੇ 10 ਸਾਲ ਤੋਂ ਇਹਨਾਂ ਸਰਕਾਰਾਂ ਨੇ ਉਹ ਮਦਦ ਵਾਪਸ ਲੈਣੀ ਸ਼ੁਰੂ ਕਰਤੀ। ਹੁਣ ਜਿੱਥੇ 95% ਗ੍ਰਾਂਟ ਮਿਲਦੀ ਸੀ, ਹੁਣ ਪਤਾ ਨਹੀਂ ਕਿਸੇ ਕਾਲਜ 'ਚ 60 ਰਹਿ ਗਈ ਹੈ, ਕਿਸੇ 50 ਰਹਿ ਗਈ ਹੈ, ਤੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਖਤਮ ਹੋ ਜਾਏਗੀ। ਮਤਲਬ ਜਿਹੜੀਆਂ ਲੋਕ ਹਿਤੈਸ਼ੀ ਸੰਸਥਾਵਾਂ ਸੱਚਮੁੱਚ ਕੰਮ ਕਰ ਰਹੀਆਂ ਸੀ, ਤੁਸੀਂ ਉਹਨਾਂ ਦੇ ਤੇ ਗਲ ਘੁੱਟ ਦਿੱਤੇ ਤੇ ਉਹਨਾਂ ਨੂੰ ਇਸ ਰਾਹ ਪਾ ਦਿੱਤਾ ਕਿ ਵੀ ਤੁਸੀਂ ਸੈਲਫ ਫਾਈਨੈਂਸਡ ਹੋ ਜਾਓ, ਆਪਣੇ ਸਿਰ ਤੇ ਆਪਣੇ ਖਰਚ ਚਲਾਓ। ਆਪਣੇ ਸਿਰ ਤੇ ਆਪਣੇ ਖਰਚ ਕਿਵੇਂ ਚਲਾਓਗੇ? ਬੱਚਿਆਂ ਤੋਂ ਫੀਸਾਂ ਲਓ, ਉਹਨਾਂ ਤੋਂ ਆਪਣੀਆਂ ਫੀਸਾਂ ਵਧਾਓ, ਕੰਮ ਚਲਾਓ, ਤੇ ਸਾਡੇ ਕੋਲੋਂ ਮਦਦ ਨਾ ਮੰਗੋ। ਇਹੀ ਹੈ ਨਾ। ਜੇ ਤੁਸੀਂ ਲੋਕ ਹਿਤੈਸ਼ੀ ਸੰਸਥਾਵਾਂ ਦਾ ਇਹ ਹਾਲ ਕਰ ਦਿੱਤਾ, ਤੇ ਇਸ ਨੀਤੀ ਵਿੱਚ ਥਾਂ ਪਰ ਥਾਂ ਇਹ ਕਹਿਣ ਦੀ ਕੀ ਲੋੜ ਹੈ ਕਿ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਫਿਲੈਂਥਰੋਪੀ ਵਾਲੇ ਆਉਣ,
ਸਰਕਾਰ ਕਰ ਸਕਦੀ ਹੈ, ਸਰਕਾਰ ਇੰਨਾ ਕੁਝ ਨਹੀਂ ਕਰ ਸਕਦੀ, ਉਹ ਸਾਰੇ ਆਉਣ ਬਈ ਉਹ ਆ ਤੇ ਜਾਣਗੇ, ਪਰ ਉਹ ਚੱਲਣਗੇ ਕਿਵੇਂ? ਤੁਸੀਂ ਕੀ ਮਦਦ ਦੇਣੀ ਮਨਜ਼ੂਰ ਕਰਦੇ ਹੋ? ਤੁਸੀਂ ਕੀ ਉਹਨਾਂ ਦੀ ਮਦਦ ਦੇਣਾ ਚਾਹੁੰਦੇ ਹੋ? ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਕੀ ਮਦਦ ਦੇਣੀ ਮਨਜ਼ੂਰ ਕਰਦੇ ਹੋ, ਤੇ ਮਦਦ ਦੇਣ ਦੀ ਮਨਜ਼ੂਰੀ ਦੇ ਬਦਲੇ ਵਿੱਚ ਉਹ ਆਪਣੀਆਂ ਜਿਹੜੀਆਂ ਬੇਬਸੀਆਂ ਨੇ ਬਿਆਨ ਕਰਦੇ ਨੇ। ਜਿਵੇਂ ਕਿ ਮੈਨੂੰ ਇਹ ਇਸ਼ਾਰਾ ਵਿੱਤ ਦੇ ਬਾਰੇ ਵੀ ਹੋਇਆ ਸੀ, ਮੈਂ ਨਾਲ ਹੀ ਜੁੜਦੀ ਗੱਲ ਮੈਂ ਇਹਨੂੰ ਜੋੜਾਂਗਾ। ਇਹ ਨੀਤੀ ਵੈਸੇ ਹਰ ਨੀਤੀ ਸਮੇਂ ਦੀ ਸਰਕਾਰ ਦੇ ਸੋਚ ਦਾ ਅਕਸ ਵੀ ਹੁੰਦੀ ਹੈ, ਪਰ ਜਿਹੜੇ ਐਕੈਡਮੀਸ਼ੀਅਨਸ ਨੇ ਜਦੋਂ ਉਹ ਨੀਤੀ ਬਣਾਉਂਦੇ ਨੇ, ਉਹ ਸਾਰਾ ਕੁਝ ਸਰਕਾਰ ਦਾ ਪ੍ਰੋਪੇਗੈਂਡਾ ਨਹੀਂ ਹੁੰਦਾ ਨੀਤੀ ਵਿੱਚ। ਉਹ ਸਰਕਾਰ ਦੀ ਮਨਸ਼ਾ ਨੂੰ, ਆਸ਼ੇ ਨੂੰ ਸਮਝ ਕੇ ਗੱਲ ਤੇ ਉਹ ਆਪਣੀ ਕਰਦੇ ਨੇ। ਇੱਥੇ ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਉਹ ਪ੍ਰੋਪੇਗੇਟ ਕਰ ਰਹੇ ਨੇ, ਉਹ ਜਿਵੇਂ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸਾਡੀ ਇਕੋਨਮੀ ਹੈ ਨਾ, ਇਹ ਬਹੁਤ ਕਮਾਲ ਦੀ ਹੋ ਜਾਣ ਵਾਲੀ ਹੈ ਆਉਣ ਵਾਲੇ 10 ਸਾਲ 'ਚ। ਗਵਰਨਮੈਂਟ ਵੀ ਇਹੀ ਕਹਿੰਦੀ ਹੈ। ਗਵਰਨਮੈਂਟ ਇਹ ਕਹਿੰਦੀ ਹੈ ਕਿ ਵੀ ਜਿਹੜੀ ਜੀ ਬਸ ਉੱਧਰੋਂ ਆ ਜਾਣਾ, ਇੰਨੇ ਪੈਸੇ ਉੱਥੋਂ ਆ ਜਾਣੇ ਨੇ, ਫਿਰ ਅਸੀਂ $5 trillion ਦੀ ਇਕੋਨਮੀ ਬਣ ਜਾਣਾ, ਤੇ ਫਿਰ ਅਸੀਂ ਇਹ ਹੋ ਜਾਣਾ, ਤੇ ਫਿਰ ਇਸ ਤਰ੍ਹਾਂ ਹੋ ਜਾਣਾ। ਤੇ ਨੀਤੀ ਵੀ ਉਹੀ ਗੱਲ ਕਰਦੀ ਹੈ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਬਸ ਆਪਾਂ $5 trillion ਦੀ ਇਕੋਨਮੀ ਹੋ ਜਾਣਾ, ਤੇ ਪਬਲਿਕ ਐਕਸਪੈਂਡੀਚਰ ਔਨ ਹਾਇਰ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਇੱਧਰ ਆਪਾਂ $5 trillion ਦੀ ਇਕੋਨਮੀ ਹੋਏ, ਇੱਧਰੋਂ ਆਪਾਂ ਪੈਸੇ ਦੇਣੇ ਸ਼ੁਰੂ ਕਰ ਦੇਣੇ ਨੇ, ਮਸਲਾ ਹੀ ਕੋਈ ਨਹੀਂ। ਇਹ ਬਸ 8-10 ਸਾਲ ਦਾ ਹੀ ਮਸਲਾ ਹੈ। ਪਰ ਕਹਿੰਦੇ ਵੀ ਜਦੋਂ ਤੱਕ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਹਰ ਸਾਲ 1% ਖਰਚ ਵਧਾਵਾਂਗੇ ਐਜੂਕੇਸ਼ਨ ਦੇ ਉੱਪਰ। ਇਸ ਵੇਲੇ ਜਿਹੜੀ ਕੇਂਦਰ ਸਰਕਾਰ ਹੈ, ਉਹ ਆਪਣੇ ਪੂਰੇ ਬਜਟ ਦਾ 10% ਸਿੱਖਿਆ 'ਤੇ ਖਰਚ ਕਰਦੀ ਹੈ। ਉਹ ਇਹ ਕਹਿੰਦੇ ਨੇ ਕਿ ਆਉਣ ਵਾਲੇ 10 ਸਾਲ 'ਚ ਆਪਾਂ ਇਸ ਨੂੰ 20% 'ਤੇ ਲੈ ਜਾਣਾ, ਔਰ ਉਹ 5 trillion ਦੀ ਨਾਲ ਬਿਆਨ ਜ਼ਰੂਰ ਕਰਦੇ ਨੇ, ਤੇ ਅਸੀਂ ਉਹਨੂੰ 20% ਲੈ ਜਾਣਾ ਹੈ। ਪਰ ਕਿਉਂਕਿ ਅਜੇ ਸਾਡੀ ਹਾਲਤ ਚੰਗੀ ਨਹੀਂ, ਆਪਾਂ 1% ਹਰ ਸਾਲ ਵਧਾਈ ਜਾਵਾਂਗੇ, ਤੇ 10 ਸਾਲਾਂ ਦੇ ਵਿੱਚ ਉਹ ਦੁੱਗਣਾ ਹੋ ਜਾਏਗਾ ਤੇ 20% ਹੋ ਜਾਏਗਾ। ਜਿੰਨੀਆਂ ਤਬਦੀਲੀਆਂ ਉਹ ਕਰਨਾ ਚਾਹੁੰਦੇ ਨੇ, ਉਹ ਇੱਕਦਮ ਕਰ ਦੇਣਾ ਚਾਹੁੰਦੇ ਨੇ। ਇਹ ਕਿਵੇਂ ਹੋਏਗਾ? GDP ਦਾ ਇਸ ਵੇਲੇ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ, ਉਹਦਾ 2.7% ਐਜੂਕੇਸ਼ਨ 'ਤੇ ਖਰਚ ਹੁੰਦਾ। ਇਹ ਸਾਰੇ ਮੰਨ ਰਹੇ ਨੇ ਹੁਣ ਕਿ ਵੀ 6% 'ਤੇ ਘੱਟੋ-ਘੱਟ ਹੋਣਾ ਹੀ ਚਾਹੀਦਾ। ਕੋਠਾਰੀ ਕਮਿਸ਼ਨ ਨੇ ਕਿਹਾ, ਉਸ ਤੋਂ ਪਹਿਲੇ ਉਹਨਾਂ ਨੇ ਕਿਹਾ 6% ਹੋਣਾ ਚਾਹੀਦਾ ਹੈ। ਈਵਨ ਯੂਨੈਸਕੋ ਨੇ, ਉਹਨਾਂ ਦੇ ਡਾਕੂਮੈਂਟਸ ਨੇ ਇਹ ਕਿਹਾ ਕਿ 6% ਹੋਣਾ ਚਾਹੀਦਾ ਹੈ। ਹਿੰਦੁਸਤਾਨ 4% ਤੋਂ ਕਦੀ ਟੱਪਿਆ ਹੀ ਨਹੀਂ। ਅੱਛਾ, ਹੁਣ ਜਦੋਂ ਇਹ ਗੱਲ ਹੋ ਰਹੀ ਹੈ ਕਿ ਆਪਾਂ ਬਹੁਤ ਐਜੂਕੇਸ਼ਨ ਨੂੰ ਅੱਗੇ ਲੈ ਜਾਣਾ ਹੈ, ਤੇ ਪਿਛਲੇ 5 ਸਾਲ ਵਿੱਚ ਆਪਾਂ 4% ਤੋਂ ਵੀ ਘੱਟ ਕੇ 2.7% 'ਤੇ ਆ ਗਏ ਹਾਂ। 2016 ਦੇ ਵਿੱਚ ਇੱਕ ਗਲੋਬਲ ਮੋਨੀਟਰਿੰਗ ਐਜੂਕੇਸ਼ਨ ਰਿਪੋਰਟ ਆਈ ਸੀ ਯੂਨੈਸਕੋ ਦੀ। ਉਹਨਾਂ ਨੇ ਇਹ ਕਿਹਾ ਕਿ ਦੇਖੋ ਕਿ ਤੁਸੀਂ ਖਰਚ ਕਰੋ ਐਜੂਕੇਸ਼ਨ ਦੇ ਉੱਪਰ, 6 ਨਹੀਂ ਕਰਨਾ, ਤੇ ਅਸੀਂ ਤੁਹਾਨੂੰ ਇੱਕ ਰੇਂਜ ਦਿੰਨੇ ਆ, 4% ਤੋਂ 6%, 4% ਤੋਂ 6% ਦੇ ਵਿੱਚ ਖਰਚ ਕਰੋ, ਜਾਂ ਆਪਣੇ ਜਿਹੜਾ ਟੋਟਲ ਐਕਸਪੈਂਡੀਚਰ ਜਿਹੜਾ ਬਜਟ ਦਾ ਹਰ ਸਾਲ ਦਾ, ਉਹਦੇ ਵਿੱਚੋਂ 15 ਤੋਂ 20% ਜਿਹੜਾ ਤੁਸੀਂ ਖਰਚ ਕਰੋ। ਅਸੀਂ ਇਹਨਾਂ ਦੋਨਾਂ ਜਿਹੜੇ ਮਾਪਦੰਡ ਨੇ, ਉਹਨਾਂ ਦੋਵਾਂ ਦੇ ਕਿਤੇ ਨੇੜੇ ਨਹੀਂ ਬੈਠਦੇ। ਅੱਛਾ, ਉਸੇ ਹੀ ਰਿਪੋਰਟ ਵਿੱਚ ਇੱਕ ਹੋਰ ਉਹਦੇ ਤੋਂ ਹੀ ਇੱਕ ਗੱਲ ਚੱਲਦਿਆਂ, ਹੁਣ ਇਹ 2014 ਦੇ ਵਿੱਚ ਜਿਹੜਾ ਲੇਟੈਸਟ NSSO ਦਾ ਡਾਟਾ ਆਇਆ, 2016-17 ਵਿੱਚ ਉਹ ਸਾਡੇ ਸਾਹਮਣੇ ਆਇਆ ਸੀ। ਉਹਦੇ ਵਿੱਚ ਉਹ ਆਇਆ ਕਿ ਹੁਣ ਵੈਸੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਅਗਲਾ ਸਰਵੇ ਕਰੂਗਾ ਕਿ ਨਹੀਂ ਕਰੂਗਾ, ਇਹਦੇ ਬਾਰੇ ਡਾਊਟ ਹੈ, ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਨੂੰ
ਚੱਕਰ ਵਿੱਚ ਪਾ ਦਿੰਦੇ ਨੇ ਇਹ ਡਾਟਾ, ਤੇ ਡਾਟਾ ਤੋਂ ਉਹਨਾਂ ਨੂੰ ਬਹੁਤ ਮਤਲਬ ਥੋੜੀ ਰਿਪਲਸ਼ਨ ਹੈ, ਦੂਰੀ ਬਣਾ ਕੇ ਰੱਖਣਾ ਚਾਹੁੰਦੇ ਨੇ। ਉਸ ਰਿਪੋਰਟ ਵਿੱਚ ਇੱਕ ਗੱਲ ਕਹੀ ਗਈ ਕਿ ਜਦੋਂ ਵੀ ਕਿਸੇ ਵੀ ਸਟੇਟ ਦਾ ਪਬਲਿਕ ਐਕਸਪੈਂਡੀਚਰ ਐਜੂਕੇਸ਼ਨ ਤੇ ਘਟਦਾ ਹੈ ਤੇ ਪ੍ਰਾਈਵੇਟ ਐਕਸਪੈਂਡੀਚਰ ਉੱਥੇ ਬਹੁਤ ਬੇਤਹਾਸ਼ਾ ਵੱਧ ਜਾਂਦਾ ਹੈ। ਤੇ ਪ੍ਰਾਈਵੇਟ ਐਕਸਪੈਂਡੀਚਰ ਵਧਣ ਦਾ ਕੀ ਮਤਲਬ ਹੈ ਕਿ ਲੋਕਾਂ ਦੀ ਜੇਬ ਦੇ ਵਿੱਚੋਂ ਖਰਚ ਜਿਹੜਾ ਹੁੰਦਾ ਉਹ ਵੱਧ ਜਾਂਦਾ ਹੈ। ਤੇ ਮੈਂ ਇੰਡੀਆ ਦੇ ਲੈਵਲ ਦੀ ਗੱਲ ਨਹੀਂ ਮੈਂ ਕਰਦਾ, ਮੈਂ ਪੰਜਾਬ 'ਚ ਆਪਾਂ ਬੈਠੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਸਾਡੀ ਹਾਲਤ ਜਿਹੜੀ ਇਹ ਹੈ ਕਿ ਅਸੀਂ ਹਰ ਸਾਲ ਸਾਡਾ ਜਿਹੜਾ ਖਰਚ ਹੈ ਪਰ ਐਕਸਪੈਂਡੀਚਰ ਪੂਰਾ ਜਿਹੜਾ ਹੈਗਾ ਉਹ ਬੜਾ ਘਟਦਾ ਜਾਂਦਾ ਹੈ। ਇਸ ਵੇਲੇ ਦੀ ਬਜਟ ਜਿਹੜਾ ਹੁਣ ਇਸ ਸਾਲ ਰੱਖਿਆ ਉਹ 12.35% ਅਸੀਂ ਰੱਖਿਆ। ਟੋਟਲ ਖਰਚ ਜਿਹੜਾ ਕਰਾਂਗੇ ਉਹਦੇ ਵਿੱਚੋਂ 12.3% ਐਜੂਕੇਸ਼ਨ ਤੇ ਖਰਚ ਕਰਾਂਗੇ। ਉਸ 2014 ਦੀ ਜਿਹੜੀ ਡਾਟਾ ਉਹਦੇ ਬੇਸ ਤੇ ਜਿਹੜੀ 16-17 ਦੀ ਰਿਪੋਰਟ ਆਈ, ਉਹ 'ਚ ਉਹਨਾਂ ਨੇ ਇਹ ਕਿਹਾ ਕਿ ਇੱਕ ਪ੍ਰਾਇਮਰੀ ਸਕੂਲ ਦਾ ਬੱਚਾ ਜਿਹੜਾ ਸਰਕਾਰੀ ਸਕੂਲ ਵਿੱਚ ਜਾਂਦਾ ਹੈ ਉਹ ਆਪਣੀ ਜੇਬ ਦੇ ਵਿੱਚੋਂ ਇੱਕ ਸੈਸ਼ਨ ਵਿੱਚ ਐਕੈਡੈਮਿਕ ਖਰਚ ਜਿਹੜਾ ਉਹਨੇ ਕੀਤਾ 2014 ਵਿੱਚ ਉਹ ਸੀ 1710 ਰੁਪਏ। ਤੇ ਜਿਹੜਾ ਸੈਲਫ ਫਾਈਨੈਂਸਡ ਕਾਲਜ ਸਕੂਲ ਦੇ ਵਿੱਚ ਜਾਂਦਾ ਸੀ ਬੱਚਾ, ਉਹਦਾ ਖਰਚ 17,110 ਰੁਪਏ ਸੀ, 10 ਟਾਈਮਸ ਹਾਇਰ। ਮੈਂ ਸਿਰਫ ਇੱਕ ਇਸ਼ਾਰਾ ਤੁਹਾਨੂੰ ਕਰਨਾ ਚਾਹੁੰਦਾ, 12ਵੀਂ ਕਲਾਸ ਦਾ ਜਿਹੜਾ ਬੱਚਾ, ਉਹਨਾਂ ਨੇ ਕਿਹਾ ਕਿ 12ਵੀਂ ਕਲਾਸ ਦਾ ਜਿਹੜਾ ਬੱਚਾ ਜਿਹੜਾ ਗਵਰਨਮੈਂਟ ਸਕੂਲ ਵਿੱਚ ਜਾਂਦਾ ਸੀਗਾ ਉਹਦਾ ਖਰਚ ਤੇ ਜਿਹੜਾ ਪ੍ਰਾਈਵੇਟ ਸੈਲਫ ਫਾਈਨੈਂਸ ਵਿੱਚ ਜਾਂਦਾ ਸੀਗਾ ਉਹਦੇ ਨਾਲੋਂ 5 ਗੁਣਾ ਜ਼ਿਆਦਾ ਖਰਚ ਹੈਗਾ। ਮੈਂ ਇਹ ਗੱਲ ਜਿਹੜੀ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਦੋਂ ਸਰਕਾਰਾਂ ਦਾ ਖਰਚ ਘਟੇਗਾ ਲੋਕਾਂ ਦੀ ਜੇਬ ਖਾਲੀ ਹੋਏਗੀ, ਤੇ ਲੋਕਾਂ ਦੀ ਜਦੋਂ ਜੇਬ ਦੇ ਵਿੱਚੋਂ ਖਰਚ ਮੰਗਿਆ ਜਾਏਗਾ ਐਜੂਕੇਸ਼ਨ ਲਈ, ਐਜੂਕੇਸ਼ਨ ਮਹਿੰਗੀ ਹੋਏਗੀ। ਜਦੋਂ ਐਜੂਕੇਸ਼ਨ ਮਹਿੰਗੀ ਹੋਏਗੀ ਉਹੀ ਐਜੂਕੇਸ਼ਨ ਲੈ ਸਕਣਗੇ ਜਿਨ੍ਹਾਂ ਦੀ ਸਮਰੱਥਾ ਹੈ, ਜਿਨ੍ਹਾਂ ਦੀ ਸਮਰੱਥਾ ਨਹੀਂ ਹੈ ਉਹ ਐਜੂਕੇਸ਼ਨ ਨਹੀਂ ਲੈ ਸਕਣਗੇ। ਤੇ ਇਹ ਜਿਹੜੀਆਂ ਚੇਂਜਸ ਨੇ ਇਹਨਾਂ ਤੋਂ ਇੱਕ ਖਤਰੇ ਪੈਦਾ ਹੋ ਰਹੇ ਨੇ। ਫਿਲੈਂਥਰੋਪਿਸਟ ਔਰ ਪ੍ਰਾਈਵੇਟ ਆਰਗੇਨਾਈਜੇਸ਼ਨ ਦੇ ਨਾਲ ਇਹਨਾਂ ਨੂੰ ਇੱਕ ਹੋਰ ਮੋਹ ਇਸ ਗਵਰਨਮੈਂਟ ਨੂੰ ਨਹੀਂ, ਪਿਛਲੀ ਨੂੰ ਵੀ ਸੀ ਬਹੁਤ, ਉਹ ਸੀ ਕਾਰਪੋਰੇਟ ਦੇ ਨਾਲ, ਕਿ ਜਿਹੜੇ ਕਾਰਪੋਰੇਟ ਹੈਗਾ ਉਹ ਵੀ ਆਵੇ। ਵੈਸੇ ਇੱਕ ਗੱਲ ਦੇਖੀ ਜਾਏ, ਉਹਨਾਂ ਨੇ ਕਿਹਾ ਵੀ ਹੈ ਕਿ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅਧੀਨ ਉਹ ਲੋਕ ਐਜੂਕੇਸ਼ਨ ਵਿੱਚ ਖਰਚ ਕਰਨ, ਰਾਈਟ, ਉਹ ਕਰ ਵੀ ਲੈਣਗੇ। ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਗਰੀਬ ਬੱਚਿਆਂ ਨੂੰ ਵੀ ਫੀ ਵੇਵਰ ਦਿਓ, ਔਰ ਉਹਨਾਂ ਨੇ ਕਿਹਾ ਕਿ ਤੁਸੀਂ 50% ਬੱਚਿਆਂ ਨੂੰ ਫੀਸਾਂ ਮੁਆਫ ਕਰੋ। ਇਹਨੂੰ ਆਪਾਂ ਸਮਝੀਏ ਪਲੀਜ਼ ਕਿ ਜੇ 100 ਬੱਚਾ ਇੱਕ ਕਾਲਜ ਵਿੱਚ ਦਾਖਲ ਹੈ, 50% ਨੂੰ ਤੁਸੀਂ ਫੀ ਵੇਵਰ ਦਿਓਗੇ ਤੇ ਉਹ 50% ਦਾ ਫੀ ਵੇਵਰ ਕਿਹਦੇ ਸਿਰ ਤੋਂ ਕੱਢੋਗੇ ਜਿਹਦੇ ਕੋਲ ਫੀਸ ਲੈ ਰਹੇ ਹੋ। ਮਤਲਬ ਆ ਜਾ ਕੇ ਜਿਹੜੀ ਮਤਲਬ ਰਿਸੋਰਸਿਸ ਔਰ ਆ ਜਾ ਕੇ ਜਿਹੜਾ ਬੋਝ ਪੈਣਾ ਹੈ ਉਹ ਪਬਲਿਕ ਤੇ ਪੈਣਾ ਹੈ, ਬਿਜ਼ਨਸਮੈਨ ਨੂੰ ਤਾਂ ਕੁਝ ਨਹੀਂ ਹੋਣਾ। ਹੁਣ ਅਗਲੀ ਗੱਲ ਕਿ ਸੰਤਾਂ ਨੇ, ਬਾਬਿਆਂ ਨੇ, ਡੇਰਿਆਂ ਨੇ, ਇੰਡੀਵਿਜੂਅਲਸ ਨੇ, ਸੰਸਥਾਵਾਂ ਨੇ, ਮੈਂ ਬਹੁਤ ਕਦਰ ਔਰ ਇੱਜ਼ਤ ਨਾਲ ਕਹਿ ਰਿਹਾ ਵੀ ਉਹਨਾਂ ਨੇ ਕਾਲਜ ਚਲਾਏ ਤੇ ਖੋਲ੍ਹੇ। 300 ਬੱਚੇ ਨਾਲ ਵੀ ਕਾਲਜ ਚਲਾਇਆ। ਮੈਂ ਅਜੇ ਵੀ ਉਹਨਾਂ ਕਾਲਜ ਦੇ ਮੈਂ ਜਾਣਨਾ ਕਿ ਜਿਨ੍ਹਾਂ ਦੇ ਪ੍ਰਿੰਸੀਪਲ ਹਰ ਸੌਣੀ ਤੇ ਹਾੜੀ ਵੇਲੇ ਪਿੰਡਾਂ ਵਿੱਚ ਜਾ ਕੇ ਉਗਰਾਹੀ ਕਰਦੇ ਸੀ ਫਸਲ ਦੀ, ਔਰ ਉਹ ਬੋਰੀਆਂ ਜਿਹੜੀਆਂ ਇਕੱਠੀਆਂ ਹੁੰਦੀਆਂ ਸੀ ਉਹ ਵੇਚ ਕੇ ਤੇ ਕਾਲਜ ਚਲਾਉਂਦੇ ਸੀ। ਤੇ ਉਦੋਂ ਉਹਨਾਂ ਨੇ ਇਹ ਨਹੀਂ ਦੇਖਿਆ ਸੀਗਾ ਕਿ 100 ਬੱਚਾ ਆਏਗਾ ਕਿ 200 ਆਏਗਾ, ਉਹ ਇਹ ਕਹਿੰਦੇ ਸੀ ਵੀ ਜਿੰਨਾ ਵੀ ਆਊਗਾ ਆਪਾਂ ਉਹਨੂੰ ਪੜ੍ਹਾਵਾਂਗੇ। ਦੋਸਤੋ, ਉਸ ਜ਼ਮਾਨੇ ਦੀ ਉਹ ਜਿਹੜੀ ਖੂਬਸੂਰਤੀ ਸੀ ਨਾ, ਉਸ ਪਸੀਨੇ ਦੀ ਜਿਹੜੀ ਬੋ ਸੀ ਨਾ, ਖੁਸ਼ਬੂ ਸੀ ਨਾ, ਉਹ ਇਹਨਾਂ ਨੂੰ ਹੁਣ ਚੁਭਣ ਲੱਗ ਗਈ ਹੈ। ਹੁਣ ਮੈਨੂੰ ਇਹ ਦੱਸੋ ਕਿ ਕੋਈ ਕਾਲਜ ਜਿਹਦੀ 2000 ਤੋਂ ਮਿਨੀਮਮ ਗਿਣਤੀ ਹੋਵੇ ਤਾਂ ਹੀ ਚੱਲੇਗਾ, ਇਹਦਾ ਮਤਲਬ ਵੱਡਾ ਕਾਲਜ ਹੋਏਗਾ।
ਤੇ ਵੱਡਾ ਕਾਲਜ ਹੋਏਗਾ ਤੇ ਛੋਟਾ ਸਰਮਾਏਦਾਰ ਜਿਹੜਾ ਬੜੀ ਲੋਕ ਇਥੈਸ਼ੀ ਭਾਵਨਾ ਨਾਲ ਜੁੜਿਆ ਹੋਇਆ ਹੈ ਉਹ ਤੇ ਚਲਾ ਹੀ ਨਹੀਂ ਸਕਦਾ। ਤੇ ਫਿਰ ਵੱਡਾ ਕਾਲਜ ਕੌਣ ਚਲਾਏਗਾ? ਵੱਡਾ ਕਾਲਜ ਉਹ ਚਲਾਏਗਾ ਜਿਹਦੇ ਕੋਲ ਪੂੰਜੀ ਹੈ, ਜਿਹਦੇ ਕੋਲ ਪੂੰਜੀ ਜ਼ਿਆਦਾ ਹੈ। ਤੇ ਜ਼ਿਆਦਾ ਪੂੰਜੀ ਕਿਹਦੇ ਕੋਲ ਹੈ? ਕਾਰਪੋਰੇਟ ਕੋਲ ਹੈ। ਤੇ ਕਾਰਪੋਰੇਟ ਤੇ ਸਰਕਾਰ ਦੀ ਤੇ ਸਾਂਝ ਪੂਰੀ ਹੈਗੀ ਹੋਈ ਹੈ। ਤਾਂ ਇੱਕ ਇਸ ਤਰ੍ਹਾਂ ਦਾ ਹੋਏਗਾ। ਆਖਰੀ ਜਿਹੜਾ ਮੈਂ ਗੱਲ ਤੁਹਾਡਾ ਮੈਂ ਕਰਨੀ ਚਾਹੁੰਦਾ ਉਹ ਟ੍ਰੇਨਿੰਗ ਕਾਲਜਸ ਤੇ ਬੀਐਡ ਕਾਲਜਸ ਬਾਰੇ, ਪ੍ਰੋਫੈਸ਼ਨਲ ਕਾਲਜਸ ਬਾਰੇ ਹੈ। ਇਹਨਾਂ ਨੇ ਇਹ ਕਿਹਾ, ਇੱਕ ਬਹੁਤ ਸੋਹਣੀ ਗੱਲ ਜਿਹੜੀ ਇਸ 'ਚ ਹੋਈ ਹੈ ਉਹ ਇਹ ਹੋਈ ਹੈ ਕਿ ਮਲਟੀ ਡਿਸਪਲਿਨਰੀ, ਮੈਂ ਲਾਸਟ ਪੁਆਇੰਟ ਹੀ ਮੈਂ ਬਸ ਮਲਟੀ ਡਿਸਪਲਿਨਰੀ ਐਜੂਕੇਸ਼ਨ ਕਰਾਂਗੇ ਆਪਾਂ। ਉਹਦਾ ਮਤਲਬ ਇਹ ਹੈ ਕਿ ਇੱਕ ਬੜਾ ਚੰਗਾ ਪੁਆਇੰਟ ਹੈ ਕਿ ਵੀ ਇਹ ਨਹੀਂ ਹੈ ਕਿ ਜੇ ਮੈਂ ਸਾਇੰਸ ਪੜ੍ਹ ਰਿਹਾ ਤੇ ਮੈਨੂੰ ਸੋਸ਼ਲ ਸਾਇੰਸ ਦਾ ਕੋਈ ਇਲਮ ਹੀ ਨਾ ਹੋਵੇ, ਜਾਂ ਮੈਂ ਉਹਨੂੰ ਇਹ ਕਹਾਂ ਵੀ ਇਹ ਵਿਸ਼ੇ ਮੇਰੇ ਨਹੀਂ, ਜਾਂ ਸੋਸ਼ਲ ਸਾਇੰਸ ਵਾਲਾ ਕਹੇ ਕਿ ਸਾਇੰਸ ਤੇ ਮੇਰੇ ਲਾਗਿਓਂ ਦੀ ਨਾ ਲੰਘੇ। ਉਹਨਾਂ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਏਗਾ। ਅਸੀਂ ਮਲਟੀ ਡਿਸਪਲਿਨਰੀ, ਇੰਟਰਡਿਸਪਲਿਨਰੀ ਅਪਰੋਚ ਬਣਾਵਾਂਗੇ। ਹਰ ਕਾਲਜ ਜਿਹੜਾ ਮਲਟੀ ਡਿਸਪਲਿਨਰੀ ਹੋਵੇ, ਉਹ 'ਚ 2 ਮੇਜਰ 2 ਮਾਈਨਰ ਸਬਜੈਕਟਸ ਹੋਣ, ਔਰ ਉਹ 2 ਮੇਜਰ ਸਾਇੰਸ ਦੇ ਨੇ ਤੇ 2 ਮਾਈਨਰ ਸੋਸ਼ਲ ਸਾਇੰਸਿਸ ਦੇ ਹੋਣ, ਵਾਈਸ ਵਰਸਾ, ਇਸ ਤਰ੍ਹਾਂ ਹੋਵੇ। ਮਲਟੀ ਡਿਸਪਲਿਨਰੀ ਆਪਾਂ ਚਲਾਵਾਂਗੇ ਔਰ ਅਸੀਂ ਇਸ ਤਰ੍ਹਾਂ ਦੀ ਵੈਲ ਰਾਊਂਡਡ ਪਰਸਨੈਲਿਟੀਜ਼ ਬਣਾਉਣਾ ਚਾਹੁੰਦੇ ਹਾਂ ਜਿਹਦੇ ਵਿੱਚ ਕੋਈ ਵੀ ਜਿਹੜਾ ਵਿਦਿਆਰਥੀ ਹੈ, ਕੋਈ ਵੀ ਜਿਹੜਾ ਨੌਜਵਾਨ ਹੈ, ਉਹ ਇੱਕ ਕੰਪਲੀਟ ਇੱਕ ਉਹਦੀ ਪਰਸਨੈਲਿਟੀ ਡਿਵੈਲਪ ਹੋਵੇ। ਉਹ ਇਹ ਨਾ ਹੋਏ ਕਿ ਵੀ ਇੱਕੋ ਤਰ੍ਹਾਂ ਦੀ ਉਹਨੇ ਪੜ੍ਹੀ ਗੱਲ ਔਰ ਇੱਕੋ ਤਰ੍ਹਾਂ ਦੀ ਸੋਚ ਹੈ ਔਰ ਇੱਕੋ ਹੀ ਉਹਨੂੰ ਸਮਝ ਹੈ, ਇਸ ਤਰ੍ਹਾਂ ਦਾ ਨਾ ਹੋਏ। ਉਹਨੂੰ ਦੁਨੀਆ ਦੀ ਸਮਝ ਹੋਵੇ। ਔਰ ਕਿਉਂਕਿ ਜ਼ਿੰਦਗੀ ਆਰਗੈਨਿਕ ਹੈ, ਆਰਗੈਨਿਕ ਹੋਲ ਹੈ। ਇਹ ਇੱਕ ਚੰਗਾ ਕਦਮ ਹੈ, ਪਰ ਇਹ ਹੋਏਗਾ ਕਿਵੇਂ? ਨੀਤੀ ਇਹਦੇ ਬਾਰੇ ਬਿਲਕੁਲ ਅਸਪਸ਼ਟ ਹੈ ਵੀ ਕੀ ਕਰਾਂਗੇ। ਹੁਣ ਇਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੰਜੀਨੀਅਰਿੰਗ ਕਾਲਜ ਤੇ ਮੈਡੀਕਲ ਕਾਲਜ ਵੀ ਜਿਹੜੇ ਨੇ ਉਹ ਮਲਟੀ ਡਿਸਪਲਿਨਰੀ ਹੋ ਜਾਣਗੇ। IITs ਜਿਹੜੇ ਨੇ ਉੱਥੇ ਸੋਸ਼ਲ ਸਾਇੰਸਿਸ ਡਿਪਾਰਟਮੈਂਟ ਹੈਗੇ ਨੇ, ਠੀਕ ਹੈ, ਉੱਥੇ ਸੋਸ਼ਲ ਸਾਇੰਸਿਸ ਪੜ੍ਹਾਈਆਂ ਜਾਂਦੀਆਂ ਨੇ। ਪਰ ਦਿੱਕਤ ਇਹ ਹੈ ਕਿ IIT ਦੇ ਵਿੱਚ ਜਿਹੜੇ ਇੰਜੀਨੀਅਰਿੰਗ ਪੜ੍ਹਾਉਂਦੇ ਨੇ, ਸੋਸ਼ਲ ਸਾਇੰਸਿਸ ਡਿਪਾਰਟਮੈਂਟ ਦਾ ਰੁਤਬਾ ਸਾਇੰਸ ਡਿਪਾਰਟਮੈਂਟ ਦੇ ਰੁਤਬੇ ਦੇ ਬਰਾਬਰ ਕਿਹਾ ਜਾਂਦਾ ਹੋਏਗਾ, ਪਰ ਦਿਲੋਂ ਮੰਨਿਆ ਨਹੀਂ ਜਾਂਦਾ। ਇੱਕ ਤਾਂ ਇਹ ਦਿੱਕਤ ਹੈ। ਦੂਸਰਾ, ਮੈਡੀਕਲ ਕਾਲਜਸ ਔਰ ਇਹ ਜਿਹੜੇ ਸਾਰੇ ਜੇ ਕਾਲਜਸ ਨੇ, ਇਹ ਮਲਟੀ ਡਿਸਪਲਿਨਰੀ ਕਿਵੇਂ ਹੋਣਗੇ? ਤੁਸੀਂ ਉਹਨੂੰ ਕਿਵੇਂ ਕਰੋਗੇ? ਇਹਦੀ ਕੀ ਤੁਹਾਡੇ ਕੋਲ ਰੂਪਰੇਖਾ ਹੋਏਗੀ? ਇਹਦੇ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਬੀਐਡ ਕਾਲਜਸ ਜਿਹੜੇ ਟੀਚਰ ਐਜੂਕੇਸ਼ਨ ਦੇ ਕਾਲਜਸ ਨੇ, ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਨਿਰਾਸ਼ਾ ਹੈ, ਤੇ ਕੁਝ ਹੱਦ ਤੱਕ ਉਹ ਨਿਰਾਸ਼ਾ ਸਹੀ ਵੀ ਹੈ ਕਿ ਉੱਥੇ ਬਹੁਤ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਜਿਹੜਾ ਮਤਲਬ ਕੰਡੋਨ ਹੀ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਨੇ ਜਿਹੜੀ ਉਹਦੇ ਬਾਰੇ ਸਕੀਮ ਬਣਾਈ ਹੈ ਉਹ ਬੜੀ ਕਮਾਲ ਹੈ। ਇੱਕ ਤਾਂ ਉਹਨਾਂ ਨੇ ਇਹ ਕਿਹਾ, ਜਿਹੜੀ ਸਵਾਗਤਯੋਗ ਕਦਮ ਇਹ ਹੈ ਕਿ ਹਰ ਤਰ੍ਹਾਂ ਦਾ ਟੀਚਰ ਐਜੂਕੇਸ਼ਨ ਪ੍ਰੋਗਰਾਮ ਹਾਇਰ ਐਜੂਕੇਸ਼ਨ ਦਾ ਹਿੱਸਾ ਬਣੇਗਾ। ਮਤਲਬ ਇਹ ਕਿ ਤੁਸੀਂ ਕਿਸੇ ਵੀ ਸਟੇਜ ਦਾ, ਸਟੈਪ ਦਾ ਕੋਈ ਟੀਚਰ ਬਣਾਉਣਾ ਹੈ ਤਾਂ ਉਹ ਹਾਇਰ ਐਜੂਕੇਸ਼ਨ ਸਿਸਟਮ ਦੇ ਥਰੂ ਨਿਕਲੇਗਾ। ਇਹਨਾਂ ਨੇ ਇੱਕ ਨਵਾਂ ਚਲਾਤਾ ਕਿ ਬੀਐਡ 4 ਸਾਲ ਦੀ ਹੋਏਗੀ। ਅੱਛਾ, ਮਜ਼ੇਦਾਰ ਗੱਲ ਹੈ ਕਿ ਨੀਤੀ ਇਹ ਕਹਿੰਦੀ ਹੈ ਕਿ ਬੀਐਡ 4 ਸਾਲ ਦੀ ਹੋਏਗੀ। ਸਾਰੇ ਬੀਐਡ ਜਿੰਨੇ ਵੀ ਕਾਲਜ ਨੇ ਮਲਟੀ ਡਿਸਪਲਿਨਰੀ ਹੋਣਗੇ, ਉਹ ਵੀ 10,000 ਦੇ ਵਿੱਚ ਹੀ ਆਉਣਗੇ, ਜਾਂ ਯੂਨੀਵਰਸਿਟੀਆਂ 'ਚ ਹੋਣਗੇ ਜਾਂ ਕਾਲਜ ਹੋਣਗੇ। ਆਪਾਂ 2 ਸਾਲ ਦੀ ਬੀਐਡ ਵੀ ਚਲਾਵਾਂਗੇ। 2 ਸਾਲ ਦੀ ਬੀਐਡ ਉਹਨਾਂ ਲਈ ਚਲਾਵਾਂਗੇ ਜਿਨ੍ਹਾਂ ਨੇ 4 ਸਾਲ ਦਾ ਗ੍ਰੈਜੂਏਸ਼ਨ ਕਰ ਲਿਆ, 4 ਈਅਰ ਡਿਗਰੀ ਪ੍ਰੋਗਰਾਮ। ਇਹ ਜਿਵੇਂ ਕਿ ਇਹਦੇ ਵਿੱਚ ਹੈ ਕਿ ਜਿੰਨੇ ਹੁਣ 3 ਈਅਰ ਡਿਗਰੀ ਪ੍ਰੋਗਰਾਮ ਨਹੀਂ ਹੋਏਗਾ, ਇਹ 4 ਈਅਰ ਡਿਗਰੀ ਪ੍ਰੋਗਰਾਮ ਹੋ ਜਾਏਗਾ। ਇਹ ਵੀ ਆਪਣੇ ਆਪ 'ਚ ਇੱਕ ਨਵਾਂ ਉਹਨਾਂ ਦਾ ਆਈਡੀਆ ਹੈਗਾ, ਜਿਹੜਾ ਕਿ ਬਹੁਤ ਜ਼ਿਆਦਾ ਨਿਗਲੈਕਟ ਤਾਂ ਨਹੀਂ ਕੀਤਾ ਜਾਂਦਾ। ਇਹ ਇੱਕ ਪੋਜ਼ੀਟਿਵ ਸਟੈਪ ਹੋ ਸਕਦਾ। ਪਰ ਉਹ ਕਹਿੰਦੇ ਕਿ ਜਿਹੜਾ 4 ਸਾਲ ਦੀ ਜਿਹੜੀ ਗ੍ਰੈਜੂਏਸ਼ਨ ਕਰ ਲਏਗਾ, ਉਹਨੂੰ ਆਪਾਂ 2 ਸਾਲ 'ਚ ਵੀ ਬੀਐਡ ਕਰਾ ਦਾਂਗੇ। ਅੱਛਾ, ਜਿਹੜਾ ਐਕਸਟਰਾ ਆਰਡੀਨਰੀ ਇੰਟੈਲੀਜੈਂਟ ਹੋਏਗਾ, ਜਿਹੜਾ ਆਪਣੀ ਲਿਆਕਤ ਦਾ ਇੱਕ ਬਹੁਤ ਤਗੜਾ ਸਬੂਤ ਦੇ ਦੇਗਾ, ਉਹਨੂੰ ਆਪਾਂ 1 ਸਾਲ 'ਚ ਵੀ ਬੀਐਡ ਕਰਾ ਦਾਂਗੇ।
मतलब 4 ਸਾਲ ਵਾਲੀ 2 ਸਾਲ 'ਚ ਹੀ ਹੋ ਜਾਊਗੀ, 2 ਸਾਲ ਵਾਲੀ 1 ਸਾਲ ਵਿੱਚ ਵੀ ਹੋ ਜਾਊਗੀ। ਇਹ ਤੈਅ ਕੌਣ ਕਰੂਗਾ? ਉਹ ਇੰਸਟੀਟਿਊਸ਼ਨ ਆਪੇ ਹੀ ਕਰ ਲਏਗਾ। ਉਹਦੀ ਲਿਆਕਤ ਤੈਅ ਕੌਣ ਕਰੂਗਾ? ਇਹ ਵੀ ਉਹ ਕਰ ਲਏਗਾ। ਮੈਨੂੰ ਸਮਝ ਨਹੀਂ ਆਈ ਕਿ 4 ਸਾਲ ਵੀ ਹੋਏਗਾ, 2 ਸਾਲ ਵੀ ਹੋਏਗਾ, 1 ਸਾਲ ਵੀ ਹੋਏਗਾ, ਤੁਸੀਂ ਇੱਕ ਥਾਂ ਟਿਕ ਤਾਂ ਜਾਓ। ਜੇ ਤੁਸੀਂ ਇਹ ਕਹਿ ਰਹੇ ਹੋ ਕਿ 2 ਸਾਲ ਦੀ ਬੀਐਡ ਨੇ, ਪਹਿਲੇ ਤੁਸੀਂ ਕਿਹਾ ਕਿ 1 ਸਾਲ ਦੀ ਬੀਐਡ ਨੇ ਤਬਾਹ ਕਰਤਾ। I disagree with it. I totally disagree with it. ਬਿਲਕੁਲ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਜੇ ਐਜੂਕੇਸ਼ਨ ਤਬਾਹੀ ਹੋਈ ਹੈ, ਜਿਵੇਂ ਪ੍ਰੋਫੈਸਰ ਜੋਗਾ ਸਿੰਘ ਗੱਲ ਕਰ ਰਹੇ ਸੀ ਕਿ ਇਹਦੇ ਹੋਰ ਵੀ ਬਹੁਤ ਕਾਰਨ ਨੇ ਜਿਹੜੇ ਇਸ ਵੇਲੇ ਬਿਆਨ ਨਹੀਂ ਕੀਤੇ ਜਾ ਸਕਦੇ। ਚਲੋ ਤੁਸੀਂ 2 ਸਾਲ ਕਰਦੀ, ਮੰਨ ਲਈ ਗੱਲ। ਹੁਣ ਤੁਸੀਂ ਕਿਹਾ ਜੀ 4 ਸਾਲ ਕਰੋਗੇ। 4 ਸਾਲ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਉਹ ਇਹ ਹੈ ਕਿ 4 ਸਾਲ ਦੀ ਜਿਹੜੀ ਗ੍ਰੈਜੂਏਸ਼ਨ, ਇੰਟੀਗ੍ਰੇਟਿਡ ਗ੍ਰੈਜੂਏਸ਼ਨ ਪ੍ਰੋਗਰਾਮ ਹੈ, ਉਹਦੇ ਵਿੱਚ ਉਹ ਬੱਚਾ ਆਪਣੇ ਮੇਨ ਸਬਜੈਕਟਸ ਜਿਹੜੇ ਨੇ ਡਿਗਰੀ ਦੇ ਉਹ ਵੀ ਪੜ੍ਹੇਗਾ ਤੇ ਐਜੂਕੇਸ਼ਨ ਔਰ ਪੈਡਾਗੋਜੀ ਦੇ ਨਾਲ ਰਿਲੇਟਡ ਜਿਹੜੇ ਸਿਲੇਬਾਈ ਨੇ ਉਹ ਵੀ ਪੜ੍ਹੇਗਾ। ਅਜੇ ਤੱਕ ਜਿਹੜੀ ਸਾਡੀ ਸਮਝ ਬਣ ਰਹੀ ਹੈ ਉਹ ਇਹ ਹੈ ਕਿ 4 ਸਾਲ ਦੀ ਫੁੱਲ ਫਲੈਜਡ ਗ੍ਰੈਜੂਏਸ਼ਨ ਪ੍ਰੋਗਰਾਮ ਤੇ 4 ਸਾਲ ਦਾ ਇੰਟੀਗ੍ਰੇਟਿਡ ਬੀਐਡ ਐਂਡ ਗ੍ਰੈਜੂਏਸ਼ਨ ਪ੍ਰੋਗਰਾਮ, ਇਹਦੇ ਵਿੱਚ ਜਿਹੜੇ ਦੋਨੋਂ ਬੱਚੇ ਨਿਕਲਣਗੇ ਬਾਹਰ, ਜਿਹੜਾ ਗ੍ਰੈਜੂਏਟ ਐਟਰੀਬਿਊਟਸ ਨੇ, ਮਤਲਬ ਕਿ ਜਿਹੜੀ ਲਿਆਕਤ, ਜਿਹੜੀ ਸਮਝ, ਜਿਹੜਾ ਗਿਆਨ, ਜਿਹੜਾ ਕੰਟੈਂਟ 4 ਸਾਲ ਦੇ ਅਧਿਐਨ ਤੋਂ ਬਾਅਦ ਇੱਕ ਬੱਚੇ ਨੇ ਗ੍ਰਹਿਣ ਕੀਤਾ ਹੈ, ਉਹ 4 ਸਾਲ ਦੇ ਇੰਟੀਗ੍ਰੇਟਿਡ ਦੇ ਕੋਰਸ ਵਾਲੇ ਬੱਚੇ ਦੇ ਮੇਨ ਸਬਜੈਕਟਸ ਦੇ ਗਿਆਨ ਦਾ ਮੁਕਾਬਲਾ ਜਾਂ ਬਰਾਬਰੀ ਕਿਵੇਂ ਹੋਏਗੀ? ਜੇ ਮੈਂ ਹਿਸਟਰੀ 4 ਸਾਲ ਪੜ੍ਹੀ ਹੈ, ਮੈਥਮੈਟਿਕਸ ਮੈਂ 4 ਸਾਲ ਪੜ੍ਹਿਆ, ਮੈਂ ਸਾਇੰਸ 4 ਸਾਲ ਪੜ੍ਹੀ ਤੇ ਮੈਂ ਸਿਰਫ ਸਾਇੰਸ ਹੀ ਪੜ੍ਹੀ ਹੈ, ਉਸ ਤੋਂ ਬਾਅਦ ਮੈਂ ਬੀਐਡ ਕਰਦਾ, ਕੀ ਦਿੱਕਤ ਹੈ ਇਹਦੇ ਵਿੱਚ? ਤੇ ਮੈਂ 4 ਸਾਲ ਦੇ ਵਿੱਚ ਮੈਂ ਸਾਇੰਸ ਵੀ ਪੜ੍ਹੀ ਹੈ ਤੇ ਮੈਂ ਬੀਐਡ ਵੀ ਕੀਤੀ ਹੈ, ਇਹਦਾ ਮਤਲਬ ਮੈਂ ਕਿਤੇ ਤੇ ਕੰਪਰੋਮਾਈਜ਼ ਕੀਤਾ ਨਾ, ਮੈਂ ਕਿਤੇ ਤੇ ਸਾਇੰਸ ਦੇ ਸਬਜੈਕਟ ਨੂੰ ਕਿਤੇ ਤੇ ਘਟਾਇਆ ਨਾ। ਤੇ ਜੇ ਮੈਂ ਨਹੀਂ ਘਟਾਇਆ ਤੇ ਫਿਰ ਮੈਂ ਕਿਹਦੇ ਨਾਲ ਜਸਟਿਸ ਨਹੀਂ ਕਰ ਰਿਹਾ? ਜੇ ਮੈਂ ਪੂਰੇ ਦਾ ਪੂਰਾ 4 ਸਾਲ ਦਾ ਕੋਰਸ ਇੰਟੀਗ੍ਰੇਟਿਡ ਬੀਐਡ ਵਾਲੇ ਨੂੰ ਵੀ ਮੈਂ ਸਾਇੰਸ ਪੜ੍ਹਾ ਰਿਹਾ ਤੇ ਉਹਨੂੰ ਮੈਂ ਬੀਐਡ ਵੀ ਪੜ੍ਹਾ ਰਿਹਾ, ਤੇ ਫਿਰ ਮੈਨੂੰ 6 ਸਾਲ ਦਾ ਕਰ ਦੇਣਾ ਚਾਹੀਦਾ। ਮਤਲਬ ਮੈਨੂੰ ਇਹ, ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਐਪਰੀਹੈਂਸ਼ਨ ਹੈ ਕਿ 4 ਸਾਲ ਦਾ ਸਾਇੰਸ ਗ੍ਰੈਜੂਏਟ ਔਰ 4 ਸਾਲ ਦਾ ਸੋਸ਼ਲ ਸਾਇੰਸ ਗ੍ਰੈਜੂਏਟ ਜਿਹੜਾ ਨਿਕਲੇਗਾ, ਉਹਦਾ ਗਿਆਨ ਤੇ 4 ਸਾਲ ਦੇ ਇੰਟੀਗ੍ਰੇਟਿਡ BA BEd ਜਾਂ BSc BEd ਦੇ ਵਿਅਕਤੀ ਦਾ ਜਿਹੜਾ ਗਿਆਨ ਹੈ ਉਹ ਆਪਸ ਵਿੱਚ ਬਰਾਬਰ ਨਹੀਂ ਹੋਏਗਾ। ਤੇ ਫਿਰ ਤੁਸੀਂ ਕਿਹਦੇ ਨਾਲ ਇਹ ਮਜ਼ਾਕ ਕਰਨਾ ਚਾਹੁੰਦੇ ਹੋ? ਔਰ ਜਿਹੜੀ ਆਖਰੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਜਿਹੜੀ ਪੂਰੀ ਨੀਤੀ ਹੈ ਇਹ ਲਗਭਗ ਬਿਨਾਂ ਕੋਈ ਸ਼ੱਕ ਛੱਡਿਆਂ ਕੇਂਦਰੀਕਰਨ ਦੇ ਵੱਲ ਧਕੇਲਦੀ ਹੈ ਸਾਰੀ ਐਜੂਕੇਸ਼ਨ ਸਿਸਟਮ। ਸਭ ਤੋਂ ਉੱਪਰ ਤਾਂ ਜੀ ਜਿਹਨੂੰ ਕਹਿੰਦੇ ਨੇ ਵੀ ਉਹ ਤੋਂ ਉੱਪਰ ਕੋਈ ਨਹੀਂ, ਉਹ ਹੈ ਰਾਸ਼ਟਰੀ ਸਿੱਖਿਆ ਆਯੋਗ। ਰਾਸ਼ਟਰੀ ਸਿੱਖਿਆ ਆਯੋਗ ਦੇ ਜਿਹੜੇ ਮੁਖੀ ਨੇ ਉਹ ਪ੍ਰਧਾਨ ਮੰਤਰੀ ਹੋਣਗੇ ਤੇ ਉਹਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਮਾਨਵ ਸੰਸਾਧਨ ਮੰਤਰਾਲਾ ਜਿਹੜਾ ਜਿਹਦਾ ਹੁਣ ਉਹ ਕਹਿੰਦੇ ਨੇ ਵੀ ਨਾ ਮਿਨਿਸਟਰੀ ਆਫ ਐਜੂਕੇਸ਼ਨ ਕਰ ਦੇਣਾ ਚਾਹੀਦਾ। ਵੈਸੇ ਇਹਨਾਂ ਨੂੰ ਹਿਊਮਨ ਰਿਸੋਰਸ ਡਿਵੈਲਪਮੈਂਟ ਹੀ ਨਹੀਂ ਕਰਨਾ ਚਾਹੀਦਾ ਸੀਗਾ। ਬੰਦੇ ਕੋਈ ਰਿਸੋਰਸ ਹੀ ਥੋੜਾ ਹੁੰਦੇ ਨੇ, ਬੰਦਾ ਤੇ ਬੰਦਾ ਹੁੰਦਾ ਨਾ। ਤੇ ਚਲੋ ਇਹ ਤੇ ਸਮਝ ਆਈ ਉਹਨੂੰ ਵੀ ਐਜੂਕੇਸ਼ਨ ਕਰ ਦੇਣਾ, ਪਰ ਐਜੂਕੇਸ਼ਨ ਨਾ ਤਾਂ ਬਦਲ ਦੇਣਗੇ ਲੇਕਿਨ RSA ਰਾਸ਼ਟਰੀ ਸਿੱਖਿਆ ਆਯੋਗ ਸਾਰੀਆਂ ਤਾਕਤਾਂ ਉਹਨਾਂ ਦੇ ਕੋਲ ਹੋਣਗੀਆਂ। ਉਹ ਵੀ ਆਪਣਾ ਬੰਦਿਆਂ ਦੀ ਇੱਕ ਬਾਡੀ ਹੋਏਗੀ ਜਿਹੜੀ ਆਰਟੀਕੂਲੇਟ, ਜਿਹੜੀ ਮਤਲਬ ਰਿਸਪੌਂਸਿਬਿਲਿਟੀ ਉਹਦੀ ਪੂਰੀ ਹੋਏਗੀ ਕਿ ਉਹ ਕਿਵੇਂ ਉਹਨੇ ਆਪਣਾ ਆਰਟੀਕੂਲੇਟ ਕਰਨਾ ਹੈ, ਕਿਵੇਂ ਇੰਪਲੀਮੈਂਟ ਕਰਨਾ ਹੈ, ਕਿਵੇਂ ਡਿਵੈਲਪ ਕਰਨਾ ਹੈ, ਕਿਵੇਂ ਇਵੈਲੂਏਟ ਕਰਨਾ ਹੈ, ਕਿਵੇਂ ਮਤਲਬ ਟੋਟਲ ਐਜੂਕੇਸ਼ਨ ਦੇ ਫੈਸਲੇ ਉੱਥੇ ਹੋਣਗੇ। ਇਸ ਤਰ੍ਹਾਂ ਹੀ ਸਟੇਟ ਵਿੱਚ ਇੱਕ ਹੋਏਗੀ, ਅੱਗੇ RSA ਦੀਆਂ ਹੋਰ ਕਈ ਬਾਡੀਜ਼ ਹੋਣਗੀਆਂ ਤੇ ਇਹਨਾਂ ਸਾਰੀਆਂ ਬਾਡੀਜ਼ ਦਾ ਜਿਹੜਾ ਕਰੈਕਟਰ ਹੈ ਉਹ ਨੋਮੀਨੇਸ਼ਨ ਵਾਲਾ ਕਰੈਕਟਰ ਹੋਏਗਾ
ਵੀ RSA ਉਹਨੂੰ ਨੋਮੀਨੇਟ ਕਰੇਗਾ ਔਰ RSA ਦੇ ਅਧੀਨ ਉਹ ਹੋਣਗੀਆਂ। ਮੈਨੂੰ ਇਹ ਪੂਰਾ ਡਰ ਹੈ ਕਿ ਜੇ ਪੂਰੀਆਂ ਤਾਕਤਾਂ ਪੋਲੀਟੀਕਲ ਇਸਟੈਬਲਿਸ਼ਮੈਂਟ ਦੇ ਕੋਲ ਹੋਣਗੀਆਂ ਤੇ ਐਕੈਡਮੀਸ਼ੀਅਨਸ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੋਏਗਾ, ਤੇ ਨੀਤੀ ਦੇ ਆਪਣੇ ਬਾਰ-ਬਾਰ ਦਿੱਤੇ ਹੋਏ ਸੁਝਾਅ ਦਾ ਕੀ ਬਣੇਗਾ, ਜਿੱਥੇ ਉਹ ਇਹ ਕਹਿੰਦੇ ਨੇ ਕਿ ਅਸੀਂ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਰੱਖਣਾ ਚਾਹੁੰਦੇ ਆ। ਮਤਲਬ ਇਹ ਆਪਣੇ ਆਪ ਵਿੱਚ ਇਹ ਐਂਟੀਥੀਸਿਸ ਹੈ ਕਿ ਤੁਸੀਂ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਕਰਨਾ ਚਾਹੁੰਦੇ ਹੋ, ਹਰ ਅਪਾਇੰਟਮੈਂਟ ਤੁਸੀਂ ਰਾਜਨੀਤਿਕ ਕਰੋਗੇ। ਤੁਸੀਂ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਐਕੈਡਮੀਸ਼ੀਅਨਸ ਨੂੰ ਕਰਨਾ ਚਾਹੁੰਦੇ ਹੋ ਤੇ ਹਰ ਫੈਸਲੇ ਤੇ ਕੁੰਡਾ RSA ਦਾ ਹੋਏਗਾ। ਇਸ ਤਰ੍ਹਾਂ ਹੀ ਸਟੇਟ ਦੇ ਵਿੱਚ ਵੀ ਹੋਏਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿੰਨੀਆਂ ਮਨਜ਼ੂਰੀਆਂ ਨੇ, ਜਿੰਨੇ ਨੀਤੀਆਂ ਨੇ, ਜੋ ਵੀ ਕੁਝ ਹੈ ਉਹ ਸੈਂਟਰ ਤੈਅ ਕਰੇਗਾ ਤੇ ਸਟੇਟ ਕਿਤੇ ਬਿਲਕੁਲ ਇਸ ਤਰ੍ਹਾਂ ਦਿਖਦੀ ਹੈ ਕਿ ਜਿਵੇਂ ਉਹ ਰਾਹ ਗੁਜ਼ਰ ਤੇ ਬੈਠੀ ਹੋਏਗੀ ਤੇ ਆਉਂਦੇ ਜਾਂਦੇ ਲੰਘਦੀਆਂ ਹੋਈਆਂ ਚੀਜ਼ਾਂ ਨੂੰ ਉਹ ਸਿਰਫ ਵੇਖ ਰਹੀ ਹੋਏਗੀ, ਉਹ ਕੁਝ ਕਰ ਨਹੀਂ ਸਕੇਗੀ। ਕਿਉਂਕਿ ਜਿਵੇਂ ਇੱਕ ਨੀਤੀ ਵਿੱਚ ਇਹ ਕਿਹਾ ਗਿਆ ਕਿ ਸਟੇਟ ਗਵਰਨਮੈਂਟਾਂ ਖਿਆਲ ਕਰਨ, ਉਹ ਪੈਸਾ ਤਾਂ ਦੇਣ ਪਰ ਉਹ ਆਪਣੇ ਸੰਸਥਾਵਾਂ ਨੂੰ ਕੁਝ ਕਹਿ ਨਹੀਂ ਸਕਦੀਆਂ। ਉਹ ਕਹਿਣ ਦਾ ਅਧਿਕਾਰ ਜਿਹੜਾ ਉਹ ਸੈਂਟਰ ਦੀਆਂ ਜਿਹੜੀਆਂ ਬਾਡੀਜ਼ ਨੇ ਉਹਨਾਂ ਕੋਲ ਹੋਏਗਾ। 13 ਬਾਡੀਜ਼ ਅੱਗੇ ਸੀਗੀਆਂ, AICT, NCT, UGC, ਫਲਾਣਾ। ਉਹਨਾਂ ਦੇ ਹੁਣ ਨੇਚਰ ਬਦਲ ਕੇ ਉਹ ਸਟੈਚੂਟਰੀ ਬਾਡੀਜ਼ ਸੀਗੀਆਂ, ਮਾੜੀਆਂ ਸੀ, ਚੰਗੀਆਂ ਸੀ, ਮਾੜੀਆਂ ਤੇ ਸੀਗੀਆਂ ਹੀ ਉਹ, ਪਰ ਹੁਣ ਉਹਨਾਂ ਨੂੰ ਬਦਲ ਕੇ ਉਹਨਾਂ ਦਾ ਰੋਲ ਐਡਵਾਈਜ਼ਰੀ ਕਰਤਾ ਜਾਏਗਾ ਔਰ ਉਹ ਸਟੈਚੂਟਰੀ ਬਾਡੀਜ਼ ਨਹੀਂ ਰਹਿਣਗੀਆਂ ਔਰ ਉਹਨਾਂ ਦਾ ਕੰਮ ਸਿਰਫ ਪ੍ਰੋਫੈਸ਼ਨਲ ਸਟੈਂਡਰਡ ਸੈਟਿੰਗ ਹੋਏਗਾ। UGC ਵੀ ਬਦਲ ਦਿੱਤੀ ਜਾਏਗੀ, ਮਤਲਬ ਉਹ ਕਾਫੀ ਨਵਾਂ ਸਿਸਟਮ ਆ ਜਾਏਗਾ। 13 ਪਹਿਲੀਆਂ ਸੀਗੀਆਂ, ਇਹਨਾਂ ਨੇ 8 ਆਪਣੀ ਤਰ੍ਹਾਂ ਦੀਆਂ ਨਵੀਆਂ ਬਣਾ ਲਈਆਂ ਨੇ। ਐਕ੍ਰੈਡੀਟੇਸ਼ਨ ਹੋਏਗੀ, ਐਕ੍ਰੈਡੀਟੇਸ਼ਨ ਜਿਹੜੀ NAC ਕਰਦਾ ਸੀਗਾ, ਹੁਣ ਉਹਨਾਂ ਨੇ ਕਿਹਾ ਹੈ ਕਿ ਵੀ NAC ਆਪਣੇ ਵਰਗੀਆਂ ਹੋਰ ਇੱਦਾਂ ਦੀਆਂ ਕੋਈ ਲੱਭ ਲਵੇ ਤੇ ਮਾਰਕੀਟ ਵਿੱਚੋਂ ਵੀ ਆਪਾਂ ਕਰਵਾ ਲਿਆ ਕਰਾਂਗੇ ਤੇ ਹਰ ਬਾਡੀ ਨੂੰ 100-200 ਕਾਲਜ ਦੇ ਦਾਂਗੇ, ਭਾਈ ਤੁਸੀਂ ਇਹਨਾਂ ਦੀ ਜ਼ਿੰਮੇਵਾਰੀ ਕਰਨੀ ਹੈ। ਤੇ ਇਹ ਇੰਸਟੀਟਿਊਸ਼ਨ ਤੇ ਡਿਪੈਂਡ ਕਰੇਗਾ ਕਿ ਉਹਨੇ ਆਪਣੀ ਅਗਲੀ ਜਿਹੜੀ ਐਕ੍ਰੈਡੀਟੇਸ਼ਨ ਹੈ ਉਹ ਕਿਤੇ ਤੋਂ ਲੈਣੀ ਹੈ। ਖੁੱਲ੍ਹਾ ਬਾਜ਼ਾਰ ਹੋਏਗਾ, ਫਿਲੈਂਥਰੋਪੀ ਦੇ ਨਾਂ ਤੇ ਖੁੱਲ੍ਹਾ ਬਾਜ਼ਾਰ ਹੋਏਗਾ, ਕਾਰਪੋਰੇਟ ਦਾ ਰੋਲ ਹੋਏਗਾ, ਐਗਜ਼ੈਕਟਿਵ ਔਰ ਪੋਲੀਟੀਕਲ ਐਗਜ਼ੈਕਟਿਵ ਦਾ ਪੂਰਾ ਕੰਟਰੋਲ ਹੋਏਗਾ। ਐਕੈਡਮਿਕ ਆਟੋਨਮੀ ਨਾਮ ਮਾਤਰ ਹੋਏਗੀ ਔਰ ਮੈਨੂੰ ਪਤਾ ਹੈ ਕਿ ਅੱਗੇ ਟੀਚਰਸ ਦੀ ਸਥਿਤੀ ਬਾਰੇ ਵੀ ਗੱਲ ਹੋਏਗੀ। ਮੈਂ ਇੰਨਾ ਕਹਿੰਦਾ ਹੋਇਆ ਮੈਂ ਸਿਰਫ ਇਹ ਗੱਲ ਆਖਿਰ ਤੇ ਇਹ ਕਰਨਾ ਚਾਹੂੰਗਾ ਕਿ ਜਿਹੜੀ ਨੀਤੀ ਹੈ ਇਹਦੇ ਬਾਰੇ ਉਹਨਾਂ ਨੇ ਜਿਹੜਾ ਜਿਹਨੂੰ ਕਹਿੰਦੇ ਵੀ ਅਧਿਕਾਰਕ ਤੌਰ ਤੇ ਜੋ ਉਹਨਾਂ ਨੇ ਸੁਜੈਸ਼ਨਸ ਲੈਣੀਆਂ ਸੀ ਉਹ ਲੈ ਦੇ ਕੇ ਆਪਣਾ ਕੰਮ ਮੁਕਾ ਚੁੱਕੇ ਨੇ। ਹੁਣ ਜਦੋਂ ਵਿਹਲੇ ਵੂਲੇ ਹੋਣਗੇ ਬਾਕੀ ਪੋਲੀਟਿਕਸ ਤੋਂ ਤੇ ਇਹ ਨੀਤੀ ਵੀ ਜਾਰੀ ਕਰ ਦੇਣਗੇ, ਲੇਕਿਨ ਸ਼ਾਇਦ ਸਾਡਾ ਕੰਮ ਅਜੇ ਖਤਮ ਨਹੀਂ ਹੋਏਗਾ ਕਿਉਂਕਿ ਇਹਦੀਆਂ ਕਾਫੀ ਇਸ ਤਰ੍ਹਾਂ ਦੀਆਂ ਪਰਤਾਂ ਨੇ, ਕਾਫੀ ਇਸ ਤਰ੍ਹਾਂ ਦੇ ਇਹਦੇ ਡਾਇਮੈਂਸ਼ਨਸ ਨੇ ਜਿਹੜੇ ਸ਼ਾਇਦ ਸਾਨੂੰ ਦੇਰ ਤੱਕ ਜਿਨ੍ਹਾਂ ਦੇ ਬਾਰੇ ਖੋਜ ਵਿਚਾਰ ਕਰਨੀ ਪਏਗੀ। ਕੁਝ ਵੀ ਅਲਟੀਮੇਟ ਨਹੀਂ ਹੁੰਦਾ ਭਾਵੇਂ ਤਾਕਤਵਰ ਲੋਕ ਹਰ ਚੀਜ਼ ਨੂੰ ਅਲਟੀਮੇਟ ਬਣਾ ਕੇ ਪੇਸ਼ ਤਾਂ ਕਰਦੇ ਹੀ ਨੇ। ਸ਼ੁਕਰੀਆ।